सतनाम। धन वाहिगुरु साहिब जी। वैसाख धीरन क्यों वाडियां, जिन्ना प्रेम विशो हो। हर साजन पुरख विसार कै, लगी माया तो हो। तेरे कवन कवन गुण कह कह गावा, तू साहिब गुणी निधाना। तुमरी महिमा वर्णना साको, तू ठाकुर ऊच भगवाना। जेता जियो पिंड सब तेरा, तू अंतर जामी पुरख भगवान। दासन दास कहे जन नानक, जिहा तू कराई तिहा हों करी वख्यान। दासन दास कहे जन नानक, जिहा तू कराई तिहा हों करी वख्यान। परम सन्मान योग जुगो जुग अटल चवल छतर तख्त दे मालक साहिब सतगुरु श्री गुरु ग्रंथ साहिब महाराज जी की पावन और पवित्र हजूरी अंदर जिन्ने भी शरीर आपां जुड़ के बैठे हैं, जिथों तक भी आवाज़ जा रही है, सारियां संगतां वडभागियां हैं जो कि खालसा पंथ की साजना का दिहाड़ा वसाखी का पुरब असी अपने इलाके विच गुरुद्वारा सिंह सभा झिलमिल कलोनी विखे सतगुरु सच्चे पातशाह महाराज जी दीयां खुशियां लैण वास्ते मना रहे हैं। सो सतगुरां दी अपार कृपा बख्शिश हुई है। मेरे तो पहला भाई साहब जी ने बड़े प्यार सत्कार नाल गुरु की पावन बाणी का रस पिन्ना कीर्तन किया है। आओ साध संगत एक बार सारी संगत रसना नूं पवित्र करो। तमाम दुनियावी फुरनियां नूं पासे रख के धन गुरु ग्रंथ साहब महाराज जी नूं अदब ते सत्कार सहित सीस झुकाओ। सत्कार नाल फतेह प्रवान करो। आखो जी वाहिगुरु जी का खालसा वाहिगुरु जी की फतेह। गुरु ग्रंथ साहब जी की बाणी विच महाराज सच्चे पातशाह जी ने बहुत सारे शब्द लिख के श्लोक लिख के सानू सोहना जीवन बतीत किवें करना है ये सिक्ख्या दी है। बलिहार जाइए गुरु तो जदों असी निगाह मारते हैं पंजाब की धरती वाल ते आम करके वेख्या जाता सी पहले समय कि जेकर कोई पंजाब की चमपल धी बच्ची मां अनपढ़ भी होवे पर विआह वाले घर विच बैठ के घोड़ियां दे गीत लंबा लंबा समा गा सकती सी। गुरु साहब ने साडी साइकी वेखी, सिर ते हथ रख के कहा मेरी धीए मेरी बच्चीए वेखी किते दुनियावी घोड़ियां ना गाउंदी रही। आ मैं तेनों गुरु ग्रंथ साहब की बाणी विच घोड़ियां का पाठ दे के चलिया। गुरु रामदास महाराज ने घोड़ियां सरलेख के अधीन बाणी लिखी। फिर पंजाब के लोग अणखी बहुत सन, ये वारां गाउण दे शकीन वारां सुन दे शकीन। महाराज ने सिर ते हथ रख के कहा मेरे पुत्रा
ਵੇਖੀ ਕਿਤੇ ਦੁਨਿਆਵੀ ਵਾਰਾਂ ਨਾ ਗਾਉਂਦਾ ਰਹੀਂ। ਆ ਮੈਂ ਤੈਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ 22 ਵਾਰਾਂ ਦਾ ਪਾਠ ਦੇ ਕੇ ਚੱਲਿਆ। ਇੱਥੋਂ ਤੱਕ ਕਿ ਲੋਕ ਦਿਨਾਂ ਨਾਲ ਜੁੜੇ ਸਨ ਔਰ ਦਿਨਾਂ ਦੀ ਵਿਚਾਰ ਕਰਿਆ ਕਰਦੇ ਸਨ। ਸਾਡੇ ਪਾਤਸ਼ਾਹ ਨੇ ਗੁਰਬਾਣੀ ਅੰਦਰ 2 ਜਗ੍ਹਾ ਤੇ 7 ਵਾਰ ਲਿਖ ਦਿੱਤੇ। ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਤੇ ਮਹਾਰਾਜ ਐਤਵਾਰ ਤੋਂ ਸ਼ੁਰੂ ਕਰਕੇ ਸ਼ਨੀਚਰਵਾਰ ਤੱਕ ਨਿਤ ਨਵਾਂ ਉਪਦੇਸ਼ ਦ੍ਰਿੜ ਕਰਾਉਂਦੇ ਹਨ। ਅਦਿੱਤ ਕਰੇ ਭਗਤ ਆਰੰਭ, ਸੋਮਵਾਰ ਸਚ ਰਹਿਆ ਸਮਾਏ, ਮੰਗਲ ਮਾਇਆ ਮੋਹ ਉਪਾਇਆ, ਬੁੱਧਵਾਰ ਆਪੇ ਬੁੱਧ ਸਾਰ, ਵੀਰਵਾਰ ਵੀਰ ਭਰਮ ਭੁਲਾਏ, ਸ਼ੁੱਕਰਵਾਰ ਪ੍ਰਭ ਰਹਿਆ ਸਮਾਏ, ਸ਼ਨੀਚਰਵਾਰ ਸੌਣ ਸਾਸਤ ਵਿਚਾਰ। ਇੰਨਾ ਸਮਾਂ ਨਹੀਂ ਤੇ ਨਾ ਹੀ ਮੇਰਾ ਅੱਜ ਵਿਸ਼ਾ ਹੈ ਕਿ ਮੈਂ ਵਾਰਾਂ ਦੀ ਵਿਚਾਰ ਕਰਾਂ। ਕਹਿਣ ਤੋਂ ਭਾਵ ਲੋਕ ਵਾਰਾਂ ਨਾਲ ਜੁੜੇ ਸੀ ਤੇ ਗੁਰੂ ਸਾਹਿਬ ਨੇ 2 ਜਗ੍ਹਾ ਤੇ 7 ਵਾਰ ਲਿਖ ਕੇ ਸਾਡੀ ਝੋਲੀ 'ਚ ਪਾਈ ਤੇ ਇੱਕ ਉਪਦੇਸ਼ ਦਿੱਤਾ ਕਿ ਅਦਿੱਤ ਕਰੇ ਭਗਤ ਆਰੰਭ। ਐਤਵਾਰ ਤੋਂ ਲੈ ਕੇ ਸ਼ਨੀਚਰਵਾਰ ਤੱਕ ਨਿਤ ਨਵਾਂ ਉਪਦੇਸ਼ ਗੁਰੂ ਦੀ ਗੋਦ ਵਿੱਚ ਬਹਿ ਕੇ ਸੁਣ। ਫਿਰ ਲੋਕ ਮਹੀਨਿਆਂ ਨਾਲ ਜੁੜੇ ਸਨ ਔਰ ਜਿਸ ਦਿਨ ਨਵੇਂ ਮਹੀਨੇ ਦਾ ਆਗਾਜ਼ ਹੋਣਾ, ਲੋਕਾਂ ਨੇ ਸੂਰਜ ਦੀ ਪੂਜਾ ਕਰਨੀ, ਤੀਰਥਾਂ ਤੇ ਇਸ਼ਨਾਨ ਕਰਨੇ। ਭਾਵੇਂ ਕਿ ਜਾਪ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਕਿ ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੀ, ਕਿ ਅਸੀਂ ਉਸ ਅਕਾਲ ਪੁਰਖ ਦੇ ਉਪਾਸ਼ਕਾਂ ਜਿਹੜਾ ਸੂਰਜਾਂ ਦਾ ਵੀ ਸੂਰਜ ਹੈ ਤੇ ਜਿਹੜਾ ਚੰਦਰਮਿਆਂ ਦਾ ਵੀ ਚੰਦਰਮਾ ਹੈ। ਪਰ ਫਿਰ ਵੀ ਮਹਾਰਾਜ ਨੇ ਸਾਡਾ ਇੰਨਾ ਖਿਆਲ ਰੱਖਿਆ ਕਿ ਮਤਾ ਮੇਰਾ ਸਿੱਖ ਕਿਤੇ ਨਵੇਂ ਮਹੀਨੇ ਦੇ ਆਗਾਜ਼ ਵਾਲੇ ਦਿਨ ਭਟਕ ਜਾਵੇ, ਕਿਸੇ ਵਹਿਮ ਭਰਮ ਕਰਮ ਕਾਂਡ ਵਿੱਚ ਪੈ ਜਾਵੇ। ਉਹਨਾਂ ਨੇ 2 12ਵਾਂ ਲਿਖ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਸਾਡੀ ਝੋਲੀ ਵਿੱਚ ਪਾਏ। ਇੱਕ 12ਵਾਂ ਤੁਖਾਰੀ ਰਾਗ ਵਿੱਚ ਹੈ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੈ ਤੇ ਇੱਕ 12ਵਾਂ ਮਾਝ ਰਾਗ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਉਚਾਰਨ ਕੀਤਾ ਹੈ। ਜਦੋਂ ਵਿਸਾਖੀ ਦੇ ਦਿਨ ਦੀ ਗੱਲ ਚੱਲਦੀ ਤੇ ਵਿਸਾਖ ਦੇ ਮਹੀਨੇ ਦੀ ਸਿੱਖ ਧਰਮ ਵਿੱਚ ਬਹੁਤ ਮਹਾਨਤਾ ਰਹੀ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਉਦਾਸੀਆਂ ਦੀ ਸ਼ੁਰੂਆਤ ਕਰਨ ਵਾਸਤੇ ਤੁਰਦੇ ਨੇ, ਉਹ ਦਿਨ ਵੀ ਵਿਸਾਖੀ ਦਾ ਦਿਨ ਸੀ। ਜਿੱਦਣ ਗੁਰੂ ਨਾਨਕ ਸਾਹਿਬ ਹਰਿਦੁਆਰ ਦੀ ਧਰਤੀ ਤੇ ਗਏ, ਉੱਥੋਂ ਦੇ ਪਾਂਡੇ ਸੂਰਜ ਵੱਲ ਨੂੰ ਮੂੰਹ ਕਰਕੇ ਪਾਣੀ ਦੇ ਰਹੇ ਸਨ। ਮਹਾਰਾਜ ਨੇ ਵੀ ਪਾਣੀ ਵਿੱਚ ਵੜ ਕੇ ਤੇ ਉਲਟ ਦਿਸ਼ਾ ਵੱਲ ਮੂੰਹ ਕਰਕੇ ਪਾਣੀ ਸਿੱਟਣਾ ਸ਼ੁਰੂ ਕੀਤਾ। ਉਹਨਾਂ ਨੇ ਕਿਹਾ ਤੂੰ ਪਾਣੀ ਕਿਹਨੂੰ ਦੇ ਰਿਹਾ? ਹਜੂਰ ਨੇ ਕਿਹਾ ਤੁਸੀਂ ਕਿਹਨੂੰ ਦੇ ਰਹੇ ਹੋ? ਕਹਿੰਦੇ ਅਸੀਂ ਆਪਣੇ ਪਿਤਰਾਂ ਨੂੰ, ਸੂਰਜ ਨੂੰ। ਮਹਾਰਾਜ ਨੇ ਕਿਹਾ ਮੈਂ ਆਪਣੇ ਖੇਤਾਂ ਨੂੰ ਦੇ ਰਿਹਾ। ਇਹ ਲੌਜਿਕ ਸੀ ਤੇ ਸੱਚਮੁੱਚ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਸ ਤਰੀਕੇ ਨਾਲ ਗੱਲ ਸਮਝਾਈ ਹੈ, ਇਸ ਤਰ੍ਹਾਂ ਸ਼ਾਇਦ ਉਹਨਾਂ ਤੋਂ ਪਹਿਲਾਂ ਦੁਨੀਆ ਦਾ ਕੋਈ ਰਹਿਬਰ ਸਮਝਾ ਨਹੀਂ ਸਕਿਆ। ਮਹਾਰਾਜ ਨੇ ਖੰਡਨ ਕੀਤਾ ਪਰ ਨਾਲ ਮੰਡਨ ਵੀ ਦਿੱਤਾ। ਇੱਕ ਜਨੇਊ ਦਾ ਖੰਡਨ ਕੀਤਾ ਤੇ ਇੱਕ ਜਨੇਊ ਆਪਣੇ ਨਾਲ ਲੈ ਕੇ ਜਾ ਰਹੇ ਨੇ। ਇੱਕ ਆਰਤੀ ਦਾ ਖੰਡਨ ਕੀਤਾ ਪਰ ਦੇਣ ਵਾਸਤੇ ਆਰਤੀ ਨਾਲ ਲੈ ਕੇ ਜਾ ਰਹੇ ਨੇ। ਜੇ ਕਿਹਾ ਵੀ ਤੇਰੀ ਨਮਾਜ਼ ਝੂਠੀ ਹੈ, ਉੱਥੇ ਸੱਚੀ ਨਮਾਜ਼ ਦੀ ਪਰਿਭਾਸ਼ਾ ਦਿੱਤੀ। ਜੇ ਕਿਹਾ ਵੀ ਤੀਰਥਾਂ ਤੇ ਇਸ਼ਨਾਨ ਕਰਨਾ ਕਰਮ ਕਾਂਡ ਹੈ, ਜੇ ਮਨ ਟਿਕਾਣੇ ਵਿੱਚ ਨਹੀਂ, ਤੇ ਨਾਲ ਇੱਕ ਤੀਰਥ ਆਪਣੇ ਨਾਲ ਲੈ ਕੇ ਗਏ ਵੀ ਤੀਰਥ ਨਾਮਣ ਜਾਉ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਕਹਿਣ ਤੋਂ ਭਾਵ ਮਹਾਰਾਜ ਨੇ ਲੌਜਿਕ ਦੇ ਕੇ ਕਿਹਾ ਸੀ ਕਿ ਜੇ ਮੇਰਾ ਪਾਣੀ 300 ਕਿਲੋਮੀਟਰ ਦੂਰ ਨਹੀਂ ਪਹੁੰਚ ਸਕਦਾ ਤੇ ਤੁਹਾਡਾ ਪਿਤਰਾਂ ਕੋਲ, ਸੂਰਜ ਕੋਲ ਵੀ ਨਹੀਂ ਪਹੁੰਚ ਸਕਦਾ। ਤੇ ਸਭ ਤੋਂ ਵੱਡੀ ਸੇਵਾ ਹੈ ਜਿਹੜਾ ਜਿਉਂਦਿਆਂ ਹੀ ਮਾਂ-ਬਾਪ ਦਾ ਆਗਿਆਕਾਰੀ ਹੋਵੇ ਤੇ ਉਹਨਾਂ ਦੀ ਸੇਵਾ ਕਰੇ। ਜਿਸ ਦਿਨ ਇਹ ਕਰਮ ਕਾਂਡ ਤੋਂ ਲੋਕਾਂ ਨੂੰ ਮੁਕਤੀ ਦਵਾਈ, ਇਹ ਵੀ ਦਿਨ ਵਿਸਾਖੀ ਦਾ ਦਿਨ ਸੀ। ਫਿਰ ਗੁਰੂ ਅੰਗਦ ਸਾਹਿਬ ਮਹਾਰਾਜ ਦਾ ਪ੍ਰਕਾਸ਼, ਇਹ ਵੀ ਵਿਸਾਖ ਦੇ ਮਹੀਨੇ ਦਾ ਹੈ।
गुरु अमरदास महाराज का प्रकाश ये भी विसाख के महीने का है। सब तो पहला विसाखी का जोड़ मेला धन गुरु अमरदास महाराज ने भाई पारो जुलका एक गरीब सिख सी ओदी बेनती नूं प्रवान करके श्री गोइंदवाल की धरती ते लाउणा आरंभ किया। जिस दिन महाराज ने बौली साहब की संपूर्णता की, बौली का कड़ टुटिया, भाई मानक चंद डुब गया उस बौली अंदर। लोगों ने आके कहा महाराज तुहाडा सिख मानक डुब गया। हजूर गुरु अमरदास ने बचन कहे भी डुबदे तां पत्थर हुंदे ने, मानक कदे डुबदे नहीं। वो बाहर आया तरके। इतिहास कहता है कि जिस दिन बौली साहब गोइंदवाल की बौली का कड़ टुटा, थल्लेों जल आया, ये भी दिन विसाखी का दिन से। जदों गुरु अमरदास महाराज ने 22 मंजियां धर्म के प्रचार वास्ते गोइंदवाल की धरती तो शुरू कीतियां, इन्हां दे मुखी बाबा बुढ़ा साहब जी नूं लाया, ये भी दिन विसाखी का दिन सी। गुरु रामदास जी गुरता गद्दी प्राप्त करके ते जदों अमृतसर सरोवर की मोड़ी गढ़ के उहदी सेवा शुरू करते हैं, ये भी दिन विसाखी का दिन सी। गुरु अर्जन देव जी का प्रकाश होया वो विसाख के महीने विच होया। गुरु हरगोबिंद साहब महाराज इन्हां ने 4 युद्ध लड़े। सब तो पहला युद्ध अमृतसर की धरती ते लड़िया गया जिहड़ा बाज तो होया सी। महाराज ने अपनी धी बीबी वीरों का आनंद कारज रखिया। मुगल चढ़ के आए, जंग की तैयारी कोई नहीं, पर फिर भी गुरु हरगोबिंद साहब ने कहा सी सिखो तुसी बीबी वीरों नूं लैके झबाल पिंड जाओ, असीं इन्हां मुगलों नाल 2-2 हथ करके तुहाडे मगर तुरंत वापस आए। महाराज ने वो युद्ध जितया। ये युद्ध भी विसाख के महीने विच होया। धन गुरु हरराय साहब जी का समा आया 1660 ईस्वी। महाराज पिंड गलोटियां भाई कीरतिया जी दे कोल गए। एक कई पीढ़ियां तो गुरु नानक साहब महाराज का सिख सी और साध संगत बहुत सारी संगत 1660 की विसाखी नूं गुरु हरराय साहब महाराज के चरणों में आके जुड़ के बैठी। संगत ने कहा महाराज कोई उपदेश दिओ। 7वें पातशाह ने 1660 ईस्वी की विसाखी ते 3 बचन गलोटियां नगर विच भाई कीरतीए नाल सांझे कीते। वो बचन की सन प्रोफैसर प्यारा सिंह पद्म अपनी किताब विच लिखते हैं। महाराज ने कहा भी सिख हो के कदे टोपी धारण नहीं करनी, पहला बचन। दूसरा बचन महाराज ने कहा कि कदे भी तंबाकू का सेवन नहीं करना। ते तीसरा बचन कहा अपने इलाके विच धर्मशाल कायम करके सवेर शाम आप भी आना ते अपने बच्चों को भी लैके आना। ये गुरु हरराय साहब ने विसाखी वाले दिन उपदेश दृढ़ कराया। 8वें पातशाह बाबे बकाले आए, वो भी दिन विसाखी का दिन सी। पर धन गुरु गोबिंद सिंह महाराज ने जिहड़ी साडे ते बख्शिश की, एक वखरा रूप दिता और ये वचन कहे कि खालसा मेरो रूप है खास, खालसे में हो करो निवास, खालसा मेरी जान की जान, खालसा मेरो पिंड प्राण, हों खालसे का खालसा मेरो, ओत पोत सागर बुंदेरो। एक खालसा पंथ की साजना भी 1699 की विसाखी नूं करके दुनिया ते एक महान इनकलाब नूं जन्म दिता गुरु गोबिंद सिंह महाराज ने। प्रिंसीपल सतबीर सिंह एक जगह ते बहुत प्यारा लिखते, वो कहते जेड़ा सिक्खी का बीज गुरु नानक ने धरती विच बोया, गुरु अर्जन देव जी की शहीदी हुई, ये बीज छोटा जिहा पौधा बनया। गुरु तेग बहादुर साहब ने दिल्ली की धरती ते अपना सीस वारिया, ये पौधा रुख बन गया। ते जिस दिन इनू फल लगना है, इस रुख ने परिपूर्ण संपूर्ण होना है। ये फल लगन का कारण ये सी कि जिदन गुरु गोबिंद सिंह ने पंथ साजिया, उस दिन असल दे विच ये सिख की घाड़त जिहड़ी गुरु नानक साहब ने घड़ी, इनू संपूर्णता गुरु गोबिंद सिंह महाराज ने बख्शी। याद रखना साध संगत, एकदम अमृत नहीं छकाया महाराज ने,
ਇਹਦੇ ਲਈ 250 ਸਾਲ ਦਾ ਪ੍ਰੋਸੈਸ ਸੀ। 3 ਚੀਜ਼ਾਂ ਹੋਣ ਤੇ ਅਸੀਂ ਆਪਣੇ ਬੱਚਿਆਂ ਨੂੰ ਸਕੂਲ ਵਿੱਚ ਪੜ੍ਹਨ ਵਾਸਤੇ ਭੇਜਦੇ ਹਾਂ। ਨੰਬਰ 1 ਸਿਆਣਾ ਟੀਚਰ, ਨੰਬਰ 2 ਸਕੂਲ ਦੀ ਚੰਗੀ ਇਮਾਰਤ, ਤੇ ਨੰਬਰ 3 ਸਕੂਲ ਦਾ ਚੰਗਾ ਸਿਲੇਬਸ। ਜੇ ਸਿਲੇਬਸ ਚੰਗਾ ਨਾ ਹੋਵੇ, ਟੀਚਰ ਸਿਆਣਾ ਹੋਵੇ, ਤੇ ਅਸੀਂ ਕਹਿੰਦੇ ਆ ਇੱਥੇ ਸਿਲੇਬਸ ਠੀਕ ਨਹੀਂ। ਜੇਕਰ ਟੀਚਰ ਵੀ ਹੋਵੇ, ਸਿਲੇਬਸ ਵੀ ਹੋਵੇ ਤੇ ਇਮਾਰਤ ਨਾ ਹੋਵੇ, ਆਪਾਂ ਕਹਿ ਦਿੰਦੇ ਆ ਵੀ ਇਸ ਸਕੂਲ ਵਿੱਚ ਬੱਚੇ ਨੂੰ ਪੜ੍ਹਨੇ ਨਹੀਂ ਪਾਉਣਾ, ਇਮਾਰਤ ਤੇ ਰਹਿਣ ਦਾ ਪ੍ਰਬੰਧ ਕੋਈ ਨਹੀਂ, ਪੜ੍ਹਨ ਦਾ ਪ੍ਰਬੰਧ ਨਹੀਂ, ਗਰਮੀ ਸਰਦੀ ਤੋਂ ਬਚਣਾ ਹੈ ਤੇ ਇਮਾਰਤ ਜ਼ਰੂਰੀ। ਇਹ ਤੇ ਹੋ ਗਈ ਦੁਨਿਆਵੀ ਗੱਲ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਸਿੱਖ ਨੂੰ ਇੱਕ ਵੱਡਾ ਰੁਤਬਾ ਦਿੱਤਾ। ਸਿੱਖ ਦਾ ਅਰਥ ਹੈ ਸਿਖਿਆਰਥੀ। ਸਿੱਖ ਦਾ ਅਰਥ ਹੈ ਜਿਹੜਾ ਸਾਰੀ ਉਮਰ ਸਿੱਖਦਾ ਹੈ। ਮਹਾਰਾਜ ਨੇ ਕਿਹਾ, ਸਿੱਖਾ ਇਹ 3 ਚੀਜ਼ਾਂ ਘਾੜਤ ਘੜਨ ਵਾਸਤੇ ਮੈਂ ਤੇਰੀ ਝੋਲੀ ਵਿੱਚ ਪਾਉਣ ਜਾ ਰਿਹਾ। ਨੰਬਰ 1 ਸਕੂਲ ਸਿੱਖੀ ਦਾ ਬਾਬੇ ਨੇ ਕਰਤਾਰਪੁਰ ਬਣਾਇਆ ਪਹਿਲੇ ਜਾਮੇ 'ਚ। ਗੁਰੂ ਨਾਨਕ ਸਾਹਿਬ ਆਪ ਟੀਚਰ ਬਣੇ ਪਹਿਲੇ ਜਾਮੇ 'ਚ। ਤੇ ਜਿਹੜਾ ਸਾਡਾ ਸਿਲੇਬਸ ਸੀ, ਇਹ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ 974 ਸ਼ਬਦ ਆਪਣੀ ਬਾਣੀ ਦੇ ਤੇ ਬਾਕੀ ਭਗਤਾਂ ਦੀ ਬਾਣੀ ਜਿਹੜੀ ਉਦਾਸੀਆਂ ਦੇ ਦਰਮਿਆਨ ਬਾਬੇ ਨਾਨਕ ਨੇ ਇੱਕ ਪੋਥੀ ਵਿੱਚ ਦਰਜ ਕਰ ਲਈ ਸੀ। ਇਹ ਸਾਰੀ ਬਾਣੀ ਸਿੱਖ ਦਾ ਸਿਲੇਬਸ ਬਣਦਾ ਹੈ। 18 ਸਾਲ ਲਾ ਕੇ ਕਰਤਾਰਪੁਰ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਨੇ ਸਿੱਖ ਦੀ ਘਾੜਤ ਨੂੰ ਘੜਿਆ। ਯਾਦ ਰੱਖਣਾ ਸਾਧ ਸੰਗਤ, ਇਹਦਾ ਮਤਲਬ ਵੀ ਸਿੱਖੀ ਦਾ ਸਕੂਲ ਪਹਿਲੇ ਜਾਮੇ 'ਚ ਕਰਤਾਰਪੁਰ ਬਣਿਆ। ਆਵਾਂਗੇ ਆਨੰਦਪੁਰ ਸਾਹਿਬ ਦੀ ਧਰਤੀ ਤੇ, ਪਰ ਕਰਤਾਰਪੁਰ ਕੱਲਾ ਇੱਕ ਪਿੰਡ ਨਹੀਂ ਸੀ, ਉਹ ਇੱਕ ਮਾਡਲ ਸੀ ਕਿ ਦੁਨੀਆ ਤੇ ਪਿੰਡ ਤੇ ਸ਼ਹਿਰ ਕਿਵੇਂ ਦੇ ਹੋਣੇ ਚਾਹੀਦੇ ਨੇ। ਸਮਾਂ ਕਿਹੜਾ ਸੀ ਕਿ ਲੋਕ ਪਾਣੀ ਵਰਤਣ ਵਾਸਤੇ ਟੋਏ ਪੁੱਟਿਆ ਕਰਦੇ ਸਨ। ਉਹਦੇ ਵਿੱਚ ਮੀਂਹ ਦਾ ਪਾਣੀ ਇਕੱਠਾ ਹੋਣਾ। ਮਨੂ ਸਿਮਰਤੀ ਵਿੱਚ ਲਿਖਿਆ ਹੈ ਅੱਜ ਵੀ ਕਿ ਜਮਾ ਹੋਏ ਪਾਣੀ ਵਿੱਚੋਂ ਡੰਗਰ ਤਾਂ ਪਸ਼ੂ ਤਾਂ ਪਾਣੀ ਪੀ ਸਕਦਾ ਹੈ, ਪਰ ਇੱਕ ਸ਼ੂਦਰ ਪਾਣੀ ਨਹੀਂ ਪੀ ਸਕਦਾ। ਗੁਰੂ ਨਾਨਕ ਨੇ ਕਰਤਾਰਪੁਰ ਦੀ ਧਰਤੀ ਤੋਂ ਐਲਾਨ ਕੀਤਾ ਕਿ ਅਸੀਂ ਕੱਲਾ ਬਾਣੀ ਵਿੱਚ ਲਿਖਿਆ ਨਹੀਂ ਕਿ ਏਕ ਪਿਤਾ ਏਕ ਸਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ। ਮਹਾਰਾਜ ਨੇ ਇਹਨੂੰ ਪ੍ਰੈਕਟੀਕਲ ਰੂਪ ਦੇਣ ਲਈ ਇੱਕੋ ਹੀ ਖੂਹ ਕਰਤਾਰਪੁਰ ਦੀ ਧਰਤੀ ਤੇ ਲਾਇਆ। ਅੱਜ ਵੀ ਜਦੋਂ ਆਪਾਂ ਉੱਥੇ ਦਰਸ਼ਨ ਕਰਨ ਜਾਂਦੇ ਆ, ਉਹ ਖੂਹ ਸਾਨੂੰ ਨਜ਼ਰ ਆਉਂਦਾ ਹੈ। ਮਹਾਰਾਜ ਨੇ ਕਿਹਾ ਇਹ ਖੂਹ ਐਸਾ ਸਾਂਝਾ ਖੂਹ ਹੋਵੇਗਾ ਜਿੱਥੋਂ ਬ੍ਰਾਹਮਣ ਤੇ ਸ਼ੂਦਰ ਇੱਕੇ ਜਗ੍ਹਾ ਤੋਂ ਪਾਣੀ ਵਰਤਣਗੇ, ਜਿੱਥੋਂ ਅਮੀਰ ਤੇ ਗਰੀਬ ਇੱਕੇ ਥਾਂ ਤੋਂ ਪਾਣੀ ਪੀਣਗੇ। ਖੇਡ ਦਾ ਮੈਦਾਨ ਬਣਾਇਆ ਤੇ ਇੱਕ ਬਣਾਇਆ ਅਮੀਰ ਤੇ ਗਰੀਬ ਦੇ ਬੱਚੇ ਬਰਾਬਰ ਖੇਡਣ। ਧੰਨ ਗੁਰੂ ਨਾਨਕ ਸਾਹਿਬ ਨੇ ਇਦਾਂ ਦਾ ਮਾਡਲ ਬਣਾ ਕੇ ਦੁਨੀਆ ਦੇ ਸਾਹਮਣੇ ਰੱਖਿਆ। ਗੁਰੂ ਨਾਨਕ ਸਾਹਿਬ ਮਹਾਰਾਜ ਬਾਰੇ ਭਾਈ ਗੁਰਦਾਸ ਨੇ ਇੱਕ ਸ਼ਬਦ ਬਹੁਤ ਪਿਆਰਾ ਲਿਖਿਆ। ਉਹ ਕਹਿੰਦੇ ਸਤਿਗੁਰ ਨਾਨਕ ਪ੍ਰਗਟਿਆ। ਯਾਦ ਰੱਖਣਾ, ਜਨਮਿਆ ਸ਼ਬਦ ਨਹੀਂ ਵਰਤਿਆ। ਹਾਲਾਂਕਿ ਜੇ ਜਨਮਿਆ ਸ਼ਬਦ ਵਰਤਿਆ ਜਾਂਦਾ ਤੇ ਕਾਵ ਰੂਪ ਇਹ ਪੰਕਤੀ ਤਾਂ ਵੀ ਪੂਰੀ ਹੋ ਜਾਣੀ ਸੀ ਵੀ ਸਤਿਗੁਰ ਨਾਨਕ ਜਨਮਿਆ। ਪਿੰਗਲ ਦੇ ਹਿਸਾਬ ਨਾਲ, ਕਾਵ ਦੇ ਹਿਸਾਬ ਨਾਲ ਕੋਈ ਫਰਕ ਨਹੀਂ ਸੀ ਪੈਣਾ, ਪਰ ਜਨਮ ਉਹਦਾ ਹੁੰਦਾ ਹੈ ਜਿਹਦੀ ਮੌਤ ਹੋਵੇ। ਇਸ ਕਰਕੇ ਭਾਈ ਗੁਰਦਾਸ ਨੇ ਕਿਹਾ ਗੁਰੂ ਨਾਨਕ ਪ੍ਰਗਟ ਹੈ ਤੇ ਪ੍ਰਗਟ ਹੋਈ ਵਸਤੂ ਦੁਨੀਆ ਤੋਂ ਕਦੇ ਖਤਮ ਨਹੀਂ ਹੁੰਦੀ। ਗੁਰੂ ਨਾਨਕ ਉਦੋਂ ਹੀ ਸੀ, ਗੁਰੂ ਨਾਨਕ ਅੱਜ ਵੀ ਹੈ ਤੇ ਗੁਰੂ ਨਾਨਕ ਸਾਹਿਬ ਰਹਿੰਦੀ ਦੁਨੀਆ ਤੱਕ ਰਹਿਣਗੇ। ਸਾਧ ਸੰਗਤ, ਜੇ ਗੁਰੂ ਨਾਨਕ ਲਈ ਪ੍ਰਗਟ ਸ਼ਬਦ ਵਰਤਿਆ ਤੇ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਵਾਸਤੇ ਵੀ ਪ੍ਰਗਟ ਸ਼ਬਦ ਵਰਤਿਆ 10ਵੇਂ ਜਾਮੇ ਵਿੱਚ। ਇਹ ਨਹੀਂ ਕਿਹਾ ਵੀ ਖਾਲਸੇ ਦਾ ਜਨਮ ਦਿਨ ਹੈ। ਅਸੀਂ ਕਈ ਵਾਰ ਕਹਿ ਦਿੰਦੇ ਆ ਕਿ ਅਸੀਂ ਖਾਲਸੇ ਦਾ ਜਨਮ ਦਿਹਾੜਾ ਮਨਾ ਰਹੇ ਹਾਂ, ਪਰ ਸਿਧਾਂਤਕ ਤੌਰ ਤੇ ਖਾਲਸੇ ਦਾ ਜਨਮ ਦਿਨ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਲਿਖਦੇ ਨੇ, ਖਾਲਸਾ ਅਕਾਲ ਪੁਰਖ ਕੀ ਫੌਜ। ਅੱਗੇ ਬਚਨ ਕਿਹਾ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਗੁਰੂ ਨਾਨਕ ਪ੍ਰਗਟਿਆ ਤੇ ਰਹਿੰਦੀ ਦੁਨੀਆ ਤੱਕ ਰਹੇਗਾ। ਖਾਲਸਾ ਪੰਥ ਵੀ ਪ੍ਰਗਟ ਹੋਇਆ ਤੇ ਇਹ ਵੀ ਰਹਿੰਦੀ ਦੁਨੀਆ ਤੱਕ ਰਹੇਗਾ। ਠੀਕ ਹੈ ਵੀ ਇਹਨੂੰ ਖਤਮ ਕਰਨ ਲਈ ਸਮੇਂ-ਸਮੇਂ ਤੇ ਬੜੇ ਆਏ, ਕਦੇ ਅੰਗਰੇਜ਼ ਆਏ, ਕਦੇ ਮੁਗਲ ਆਏ, ਕਦੇ ਆਪਣਿਆਂ ਡੋਗਰਿਆਂ ਨੇ ਵਾਰ ਕੀਤੇ, ਕਦੇ ਸਮੇਂ ਦੀਆਂ ਹਕੂਮਤਾਂ ਨੇ ਵਾਰ ਕੀਤੇ, ਪਰ ਜਿਹੜੀ ਕੌਮ ਦਾ ਪ੍ਰਗਟ ਦਿਵਸ ਹੀ ਖੰਡੇ ਦੀ ਧਾਰ ਤੋਂ ਹੋਇਆ ਹੋਵੇ, ਉਹ ਕੌਮ ਨੂੰ ਦੁਨੀਆ ਦੀ ਕੋਈ ਤਾਕਤ ਖਤਮ ਨਹੀਂ ਕਰ ਸਕਦੀ। ਇੱਕ ਬੇਨਤੀ ਮੈਂ ਹੋਰ ਕਰਾਂਗਾ,
ਸੰਸਾਰ ਤੇ ਬਹੁਤ ਕੌਮਾਂ ਨੇ, ਬੜੇ ਧਰਮ ਨੇ। ਤੁਸੀਂ ਕਿਸੇ ਵੀ ਵੱਡੇ ਧਰਮ ਨੂੰ ਪੁੱਛੋ ਵੀ ਤੁਹਾਡੇ ਧਰਮ ਦੀ ਆਰੰਭਤਾ ਕਦੋਂ ਹੋਈ, ਸ਼ਾਇਦ ਉਹਨਾਂ ਵਿੱਚੋਂ ਕੋਈ ਤੁਹਾਨੂੰ ਜਵਾਬ ਦੇ ਸਕੇ। ਦੁਨੀਆ ਦੀ ਇੱਕੋ ਇੱਕ ਕੌਮ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੌਮ ਹੈ, ਜਿਹੜੀ ਆਪਣੇ ਪੰਥ ਦਾ ਸਾਜਨਾ ਦਿਵਸ ਮਨਾਉਂਦੀ ਹੈ। ਗੁਰੂ ਗੋਬਿੰਦ ਸਿੰਘ ਦੇ ਸਿੱਖਾਂ ਤੋਂ ਬਿਨਾਂ ਦੁਨੀਆ ਦੀ ਕੋਈ ਐਸੀ ਕੌਮ ਨਹੀਂ, ਕੋਈ ਐਸਾ ਧਰਮ ਨਹੀਂ ਜਿਹੜਾ ਆਪਣੀ ਕੌਮ ਦਾ ਸਾਜਨਾ ਦਿਵਸ ਵੀ ਜਿਸ ਦਿਨ ਉਸ ਕੌਮ ਦੀ ਪੰਥ ਦੀ ਆਰੰਭਤਾ ਹੋਈ ਉਹ ਦਿਨ ਮਨਾਉਂਦਾ ਹੋਵੇ। ਇਹ ਦਿਨ ਕੇਵਲ ਆਪਾਂ ਹੀ ਮਨਾਉਂਦੇ ਹਾਂ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦਿਨਾਂ ਦੇ ਉੱਤੇ ਸਾਨੂੰ ਇੱਕ ਬਹੁਤ ਵੱਡੀ ਤੇ ਪਿਆਰੀ ਸੇਧ ਬਖਸ਼ੀ। ਯਾਦ ਰੱਖਣਾ, ਮਹਾਰਾਜ ਨੇ ਜਦੋਂ ਪੰਥ ਸਾਜਿਆ, ਜਿਨ੍ਹਾਂ ਪੰਜਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਸੀਸ ਭੇਟ ਕੀਤੇ, ਇੱਕਦਮ ਇਹ ਪੰਜ ਪਿਆਰੇ ਗੁਰੂ ਗੋਬਿੰਦ ਸਿੰਘ ਕੋਲ ਨਹੀਂ ਸੀ ਆਏ। ਇਹ ਪੰਜ ਪੀੜ੍ਹੀਆਂ ਦਾ ਰਿਸ਼ਤਾ ਸੀ ਗੁਰੂ ਨਾਨਕ ਸਾਹਿਬ ਦੇ ਘਰ ਦੇ ਨਾਲ। ਆ ਪਿੱਛੇ ਜੇ ਮੈਨੂੰ ਬੇਟ ਦਵਾਰਕਾ ਜਾਣ ਦਾ ਮੌਕਾ ਮਿਲਿਆ, ਭਾਈ ਮੋਹਕਮ ਸਿੰਘ ਜੀ ਬੇਟ ਦਵਾਰਕਾ ਤੋਂ ਆਏ ਸਨ। ਜਿੱਦਣ ਗੁਰੂ ਨਾਨਕ ਸਾਹਿਬ ਮਹਾਰਾਜ ਪ੍ਰਚਾਰ ਯਾਤਰਾ ਦੇ ਦੌਰਾਨ ਗੁਜਰਾਤ ਦੀ ਧਰਤੀ ਤੇ ਗਏ, ਮਹਾਰਾਜ ਪੋਰਬੰਦਰ ਗਏ, ਗਾਂਧੀ ਧਾਮ ਗਏ, ਤੇ ਚਲਦਿਆਂ ਉਹ ਦਵਾਰਕਾ ਤੋਂ ਸਾਧ ਸੰਗਤ ਬੇਟ ਦਵਾਰਕਾ ਗਏ। ਬੇਟ ਦਵਾਰਕਾ ਇੱਕ ਟਾਪੂ ਹੈ, ਬੇੜੇ ਤੇ ਬਹਿ ਕੇ ਜਾਣਾ ਪੈਂਦਾ ਹੈ। ਭਾਈ ਮੋਹਕਮ ਸਿੰਘ ਦਾ ਬਜ਼ੁਰਗ, ਜਿਹਦੀ ਪੰਜਵੀਂ ਪੀੜ੍ਹੀ ਚੋਂ ਭਾਈ ਮੋਹਕਮ ਸਿੰਘ ਜੀ ਹੋਏ ਨੇ, ਉਹਦਾ ਨਾਮ ਸੀ ਬਾਬਾ ਸਖਣ। ਇਹ ਸ਼ੀਂਬਿਆਂ ਦੀ ਬਰਾਦਰੀ ਨਾਲ ਸੰਬੰਧ ਰੱਖਦਾ ਸੀ, ਸਿਲਾਈ ਦਾ ਕੰਮ ਬੜਾ ਵਧੀਆ ਜਾਣਦਾ ਸੀ। ਇਹਨੇ ਗੁਰੂ ਨਾਨਕ ਸਾਹਿਬ ਦੀ ਸੋਭਾ ਸੁਣੀ, ਮਨ ਵਿੱਚ ਆਇਆ ਵੀ ਜੇ ਕਿਤੇ ਬਾਬਾ ਨਾਨਕ ਇਸ ਧਰਤੀ ਤੇ ਆਵੇ, ਮੈਂ ਆਪਣੇ ਹੱਥੀਂ ਤਿਆਰ ਕਰਕੇ ਇੱਕ ਬਸਤਰ ਗੁਰੂ ਨਾਨਕ ਸਾਹਿਬ ਨੂੰ ਭੇਟ ਕਰਾਂ। ਉਹ ਸੁਭਾਗਾ ਦਿਨ ਆਇਆ, ਮਹਾਰਾਜ ਬੇਟ ਦਵਾਰਕਾ ਆਏ। ਭਾਈ ਸਖਣ ਨੇ ਹੱਥ ਜੋੜ ਕੇ ਕਿਹਾ, ਮਹਾਰਾਜ ਮੇਰੇ ਘਰੇ ਚਰਨ ਪਾਓ। ਹਜੂਰ ਉਹਦੇ ਘਰ ਗਏ, ਉਹਨੇ ਪ੍ਰਸ਼ਾਦਾ ਛਕਾਇਆ। ਮਹਾਰਾਜ ਨੇ ਬੜੇ ਪਿਆਰ ਨਾਲ ਪ੍ਰਸ਼ਾਦਾ ਛਕ ਕੇ ਇੱਕ ਬਚਨ ਕਿਹਾ। ਇਹ ਤਕਰੀਬਨ 100 ਸਾਲ ਪੁਰਾਣੀ ਪੁਸਤਕ ਹੈ ਪੰਜਾਂ ਪਿਆਰਿਆਂ ਤੇ। ਗਿਆਨੀ ਨਾਰ ਸਿੰਘ ਜੀ ਇਹ ਪ੍ਰਸੰਗ ਬੜਾ ਪਿਆਰਾ ਲਿਖਦੇ ਹਨ। ਕਹਿੰਦੇ ਜਦੋਂ ਪ੍ਰਸ਼ਾਦਾ ਛਕਾਇਆ ਨਾ, ਤੇ ਭਾਈ ਸਖਣ ਕਹਿਣ ਲੱਗਾ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਇਹ ਮੇਰਾ ਭੋਜਨ ਪ੍ਰਵਾਨ ਕਰੋ। ਹਜੂਰ ਨੇ ਉੱਥੇ ਬਚਨ ਕਿਹਾ, ਕਹਿਣ ਲੱਗੇ ਭਾਈ ਸਖਣ, ਇਹ ਤਨ ਦੀ ਖੁਰਾਕ ਤਾਂ ਤੁਸੀਂ ਸਾਨੂੰ ਦੇ ਦਿੱਤੀ, ਪਰ ਜਿਹੜੀ ਤਨ ਦੀ ਪੁਸ਼ਾਕ ਪਿਆਰ ਨਾਲ ਬਣਾ ਕੇ ਰੱਖੀ, ਇਹ ਕਦੋਂ ਭੇਟ ਕਰੋਗੇ? ਡਿੱਗ ਪਿਆ ਚਰਨਾਂ ਤੇ ਮਹਾਰਾਜ ਜਾਣੀ ਜਾਣ ਨੇ। ਹਜੂਰ ਨੂੰ ਉਹ ਪੁਸ਼ਾਕ ਦਿੱਤੀ। ਉਹ ਪੁਸ਼ਾਕ ਪਹਿਰਨ ਤੋਂ ਪਹਿਲਾਂ ਮਹਾਰਾਜ ਨੇ ਭਾਈ ਮੋਹਕਮ ਸਿੰਘ ਦੇ ਬਜ਼ੁਰਗ ਨੂੰ ਇੱਕ ਬਚਨ ਕਿਹਾ ਸੀ ਕਿ ਇਹ ਪੁਸ਼ਾਕ ਦੇ ਵਿੱਚ ਲੱਗਾ ਹੋਇਆ ਇੱਕ ਤੋਪਾ, ਜਿਹਦੇ ਵਿੱਚੋਂ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਖੁਸ਼ਬੂ ਆਉਂਦੀ ਹੈ। ਮਹਾਰਾਜ ਨੇ ਬੜੀਆਂ ਬਖਸ਼ਿਸ਼ਾਂ ਦੇ ਕੇ ਇਹਨਾਂ ਦੇ ਪਰਿਵਾਰ ਨੂੰ ਨਵਾਜਿਆ। ਇਹਨਾਂ ਨੇ ਬੇਨਤੀ ਕੀਤੀ, ਮਹਾਰਾਜ ਆਲੇ ਦੁਆਲੇ ਸਮੁੰਦਰ ਹੈ, ਇੱਥੇ ਪੀਣ ਵਾਸਤੇ ਪਾਣੀ ਦਾ ਪ੍ਰਬੰਧ ਹੈ ਨਹੀਂ। ਧੰਨ ਗੁਰੂ ਨਾਨਕ ਸਾਹਿਬ ਨੇ 15 ਦਿਨ ਉਸ ਧਰਤੀ ਤੇ ਰਹਿ ਕੇ ਇੱਕ ਖੂਹ ਲਵਾਇਆ। ਅੱਜ ਵੀ ਬੇਟ ਦਵਾਰਕਾ ਜਾਈਏ ਤੇ ਉਸ ਖੂਹ ਦਾ ਜਲ ਮਿੱਠਾ ਹੈ, ਆਲੇ ਦੁਆਲੇ ਦਾ ਸਾਰਾ ਹੀ ਜਲ ਖਾਰਾ, ਸਮੁੰਦਰ ਜੋ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਲੋੜ ਪੂਰੀ ਕੀਤੀ। ਉਹਦੀ ਇਸ ਬੰਸ ਦੇ ਵਿੱਚੋਂ ਭਾਈ ਮੋਹਕਮ ਸਿੰਘ ਹੋਏ, ਜਿਹੜੇ ਬੇਟ ਦਵਾਰਕਾ ਤੋਂ ਚੱਲ ਕੇ ਆਏ। ਇਦਾਂ ਹੀ ਜਿਹੜੇ ਬਾਕੀ ਪਿਆਰੇ ਨੇ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ ਤੇ ਭਾਈ ਸਾਹਿਬ ਸਿੰਘ, ਇਹ ਵੀ ਕਈ ਪੀੜ੍ਹੀਆਂ ਤੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਨਾਲ ਜੁੜੇ ਹੋਏ ਸਨ। ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਇਕੱਠ ਕੀਤਾ, ਉਹ ਇਕੱਠ ਕੋਈ ਆਮ ਲੋਕਾਂ ਦਾ ਨਹੀਂ ਸੀ, ਉਹ ਮਰਜੀਵੜਿਆਂ ਦਾ ਇਕੱਠ ਸੀ। ਤੇ ਜਿਹੜੀ ਵੀ ਸੰਗਤ ਉਸ ਇਕੱਠ ਵਿੱਚ ਗਈ, ਉਹਨਾਂ ਨੂੰ ਪਤਾ ਸੀ ਵੀ ਅਸੀਂ ਆਪਣਾ ਸਿਰ ਤਲੀ ਤੇ ਰੱਖ ਕੇ ਉਸ ਇਕੱਠ ਵਿੱਚ ਜਾ ਰਹੇ ਹਾਂ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਪੰਜਾਂ ਦੀ ਚੋਣ ਕੀਤੀ, ਉਹ ਕਿੱਡੀ ਜ਼ਬਰਦਸਤ ਚੋਣ ਸੀ। ਹਜੂਰ ਨੇ ਕਿਹਾ, ਮੈਂ ਅੱਜ ਇੱਕ ਨਵਾਂ ਪੰਥ ਸਾਜਣਾ ਹੈ, ਮੈਂ ਚਾਰਾਂ ਵਰਨਾਂ ਨੂੰ ਖਤਮ ਕਰਕੇ ਇੱਕ ਕਰ ਦੇਣਾ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪੰਥ ਦੀਆਂ ਨੀਹਾਂ 'ਚ 5 ਸਿਧਾਂਤ ਪਾਏ। ਸਭ ਤੋਂ ਪਹਿਲਾਂ ਦਇਆ ਲਈ। ਤੇ ਦਇਆ ਕਿੱਥੋਂ ਲਈ? ਭਾਈ ਦਇਆ ਰਾਮ ਲਾਹੌਰ ਦੀ ਧਰਤੀ ਦੇ ਰਹਿਣ ਵਾਲੇ ਸਨ। ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜਾਂਗੇ ਤੇ ਮਹਾਰਾਜ ਨੇ ਬਾਣੀ ਵਿੱਚ ਲਾਹੌਰ ਸ਼ਹਿਰ ਬਾਰੇ ਇੱਕ ਪੰਕਤੀ ਲਿਖੀ। ਵਾਰਾਂ ਤੇ ਵਧੇਕ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਕਿਉਂਕਿ 22 ਵਾਰਾਂ ਨੇ ਗੁਰਬਾਣੀ 'ਚ। ਇਹ ਵਾਰਾਂ ਪਹਿਲਾਂ ਸਿਰਫ ਪੌੜੀਆਂ ਸਨ,
इन्हां नाल श्लोक गुरु अर्जन देव महाराज ने फिट कीते, अंकित कीते। ते जेड़े श्लोक वारां तो वधे उन्होंने श्लोक वारां ते वधीक सरलेख अधीन गुरु अर्जन देव महाराज ने गुरु ग्रंथ साहब की बाणी विच लिख दिता। ਇਹਦੇ ਚ लाहौर की गल करदे आ बाबा नानक जी कहते ने कि लाहौर शहर जहर कहर सवा पैर। ਇਹਦਾ अर्थ यह है कि लाहौर वो शहर है जिथे सवा पैर जहर कहर ही वरत्या रहिंदा। जे लाहौर की धरती ते दया हुंदी ते उसे लाहौर विच धन गुरु अर्जन देव महाराज नूं तत्ती तवी ते बिठा के शहीद ना किया जाता। ਇਹਦਾ मतलब लाहौर विच दया नहीं सी। जिदन कलगियां वाले ने आनंदपुर की धरती ते विसाखी वाले दिन पंथ साजिया, उन्हें कहा ऐ हिंदुस्तान दे लोगो मैं पंथ साजन लगा हाँ, इस पंथ की नींह विच दया पावांगा ते दया मैं उस धरती तो लवांगा जिस धरती का अज तक दया ना संबंध कोई नहीं। हुण वेखो किड्डी कमाल की गल है। मैं वार वार ये बेनती कर रहा भी एक दिन का प्रोसैस नहीं सी खालसा पंथ साजना। पहले जामे च बाबे नानक ने एक बचन लिखिया, आपां जपजी साहब पढ़दे, लोगों ने गल्लां कीतियां जिहड़े अनपढ़ लोग सन, उन्हां कहा भी आ जिहड़ी धरती है ये धरती नूं एक बलद ने अपने सिंगां ते चक्किया होया ते जदों एक सिंग तो दूजे सिंग ते बलद धरती का भार करदा उदों धरती हिलदी ते भुचाल आउंदे। महाराज दे कन्नां विच बोल पए। हजूर ने कहा सचमुच बलद है, पर उन्होंने कहा भी वो बलद केड़ा है। आपां जपजी साहब च पढ़ते हैं धौल धर्म दया का पूत। धौल का अर्थ है बलद। ये चंबल घाटी के इलाके च बोलिया जाने वाला शब्द है ते अज भी चंबल घाटी के लोग बलद नूं धौल ही कहते हैं। महाराज ने कहा वो बलद तो है पर वो बलद है धर्म रूपी बलद। महाराज ने कहा जे दुनिया तो धर्म खत्म हो गया हाहाकार मच जाएगी, इत्थे दुनिया खत्म हो जाएगी। लोगों ने पूछा बाबा जेड़े धर्म के सिर ते धरती खड़ी है ये धर्म नूं पैदा कौन करता है, इसकी मां कौन है? ते महाराज ने फिर अगे कहा भी दया का पूत। ਇਹਦਾ मतलब भी दया मां है ते धर्म पुत्र है। जिथे दया होगी उस घर विच धर्म होगा, जिथे दया नहीं उथे धर्म नहीं हो सकता। ਇਹਦਾ मतलब भी ऐस दिल्ली की धरती ते जिदन औरंगजेब ने गुरु तेग बहादुर साहब नूं शहीद करन दा फतवा जारी किया वो धर्म तो भी होना सी। भाई मती दास सती दास ते भाई दयाला जी नूं शहीद किया। ਇਹਦਾ मतलब भी ये बादशाह धर्म तो भी होना सी। जे धर्म हुंदा ते अपने सके बाप शाहजहां नूं किले विच कैद करके भुखा रख के प्यासा रख के खत्म ना करदा। ਇਹਦਾ मतलब जिथे धर्म नहीं गुरु ने उस धरती तो धर्म लिया ते जिथे दया नहीं कलगियां वाले पातशाह ने उस धरती तो दया लई। महाराज ने पहले जामे च कहा भी दया पहला ते धर्म बाद विच। दया मां है ते धर्म पुत्र है। पर जिदन गुरु गोबिंद सिंह जी ने पंथ साजिया उन्हां भी पहला दया ते उहदे तो बाद फिर धर्म की चोण की। साध संगत जदों दया भी आ गई ते धर्म भी आ गया। फिर तीसरा नंबर सी हिम्मत। हिम्मत का अर्थ होंदा है चढ़ती कला विच रहना। हिम्मत का अर्थ होंदा है कि हमेशा खेड़े ते वगास विच रहना। हिम्मत का अर्थ होंदा है कि बंदा कायर बन के ना रवे, डरपोक बन के ना रवे, ये सदैव तौर पर चढ़ती कला नाल अपना जीवन बतीत करे। महाराज ने कहा जेड़े बंदे विच दया आ गई, जेड़े बंदे विच धर्म आ गया, उस इंसान दे विच हिम्मत ने जन्म लेना ही लेना। हुण साध संगत अज भी आपां कई बार देखते हाँ जेड़े बंदे हिम्मत हार जाते हैं वो लोग कई बार समाज विच तरक्की नहीं कर सकते। भावें शरीर नूं कोई दुख आवे, परिवार विच कोई समस्या आवे, जेड़ा बंदा हिम्मत हार जावे वो कदे तरक्की नहीं कर सकता। ये जिहड़ी भारत की हिंदुस्तान की धरती सी ये भी लोग अपनी हिम्मत हार चुके सन। यही कारण सी कि पश्चिम चों हमलावर आउंदे सन, इन्हां लोकां नूं लुट के लै जाया करदे सन। लोकां विच अखाण बन गया खादा पीता लाए दा रहिंदा अहमद शाह दा। गजनी दे बाजारां च जाके टके टके ते हिंदुस्तान की औरत नूं नीलाम करना। मेरे परम मित्र ने डॉक्टर सुखप्रीत सिंह उद्दो के बहुत वड्डे इतिहासकार ने, उन्होंने खोज करके लिखा है कि जिस समय विच
ਗਜਨੀ ਦੇ ਬਾਜ਼ਾਰਾਂ ਵਿੱਚ ਸਬਜ਼ੀ ਦਾ ਰੇਟ 5 ਟਕੇ ਨੂੰ ਕਿਲੋ ਸੀ, ਉਦੋਂ ਹਿੰਦੁਸਤਾਨ ਦੀ ਔਰਤ 1-1 ਟਕੇ ਤੇ ਨਿਲਾਮ ਹੁੰਦੀ ਰਹੀ। ਕਾਰਨ ਇੱਥੇ ਹਿੰਮਤ ਨਹੀਂ ਸੀ ਲੋਕਾਂ ਅੰਦਰ। ਗੁਰੂ ਗੋਬਿੰਦ ਸਿੰਘ ਨੇ ਇਸ ਪੰਥ ਦੀਆਂ ਨੀਹਾਂ ਵਿੱਚ ਹਿੰਮਤ ਪਾਈ, ਬਲ ਭਰਿਆ, ਜੋਸ਼ ਭਰਿਆ ਤੇ ਨਾਲ ਇੱਕ ਬਚਨ ਕਿਹਾ, ਜਿਨ ਕੀ ਜਾਤ ਗੋਤ ਕੁਲ ਮਾਹੀ, ਸਰਦਾਰੀ ਨਾ ਭਈ ਕਿਦਾਹੀ, ਇਨਹੀ ਕੋ ਸਰਦਾਰ ਬਣਾਓ, ਤਬੈ ਗੋਬਿੰਦ ਸਿੰਘ ਨਾਮ ਕਹਾਉ। ਜਦੋਂ ਹਿੰਮਤ ਵੀ ਆ ਗਈ, ਫਿਰ ਦਵਾਰਕਾ ਦੀ ਧਰਤੀ ਤੋਂ ਭਾਈ ਮੋਹਕਮ ਸਿੰਘ ਆਏ। ਯਾਦ ਰੱਖਣਾ, ਪਹਿਲਾ ਨਾਮ ਮੋਹਕਮ ਚੰਦ ਹੈ ਤੇ ਮੋਹਕਮ ਦਾ ਅਰਥ ਹੁੰਦਾ ਹੈ ਹਠੀਲਾ, ਕਿ ਜਿਹੜਾ ਆਪਣਾ ਖੋਪਰ ਤਾਂ ਲਵਾ ਦਵੇ ਪਰ ਕੇਸਾਂ ਨੂੰ ਕੈਂਚੀ ਨਾ ਲੱਗਣ ਦਵੇ, ਜਿਹੜਾ ਸਿੱਖੀ ਦੇ ਬਦਲੇ ਬੰਦ ਤਾਂ ਕਟਾ ਦਵੇ, ਚਰਖੜੀ ਤੇ ਤਾਂ ਚੜ ਜਾਵੇ ਪਰ ਆਪਣੇ ਸਿਧਾਂਤ ਨਾਲ ਸਮਝੌਤਾ ਨਾ ਕਰੇ, ਇਹਨੂੰ ਕਿਹਾ ਜਾਂਦਾ ਹੈ ਹਠੀਲਾ। ਮਹਾਰਾਜ ਨੇ ਕਿਹਾ ਇਹ ਖਾਲਸਾ ਹਠੀਲਾ ਵੀ ਹੋਵੇਗਾ, ਇਹਦੇ ਚ ਮੋਹਕਮਤਾਈ ਵੀ ਹੋਵੇਗੀ, ਤੇ ਚੌਥਾ ਨੰਬਰ ਫਿਰ ਮੋਹਕਮ ਤੇ ਪੰਜਵਾਂ ਸੀ ਸਾਹਿਬ। ਮਹਾਰਾਜ ਨੇ ਕਿਹਾ ਦਇਆ ਆਈ, ਧਰਮ ਆਇਆ, ਹਿੰਮਤ ਆਈ, ਮੋਹਕਮਤਾਈ ਆਈ, ਤੇ ਫਿਰ ਤੂੰ ਸਾਹਿਬ ਦਾ ਰੂਪ ਬਣ ਜਾਵੇਂਗਾ। ਸਾਹਿਬ ਕੀ ਹੈ? ਪ੍ਰਮਾਤਮਾ। ਹਜੂਰ ਬਾਣੀ ਵਿੱਚ ਕਹਿੰਦੇ ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਫਿਰ ਵੇਖੋ ਸਤਿਗੁਰੂ ਨੇ ਮਰਜ਼ਾਦਾ ਕਿੰਨੀ ਪਿਆਰੀ ਦਿੱਤੀ। 4 ਵੱਡੇ ਪਾਪ ਬੱਜਰ ਪਾਪ, ਉਹਨਾਂ ਤੋਂ ਬਚਣ ਦੀ ਪ੍ਰੇਰਣਾ ਦਿੱਤੀ। 5 ਕਕਾਰ ਧਾਰਨ ਕਰਨ ਵਾਸਤੇ ਕਿਹਾ। ਅੱਜ ਕੱਲ ਜਦੋਂ ਅਸੀਂ ਯੰਗ ਬੱਚੇ ਬੱਚੀਆਂ ਨੂੰ ਅੰਮ੍ਰਿਤ ਦੀ ਗੱਲ ਕਰਕੇ ਕਹਿੰਦੇ ਆ ਵੀ ਅੰਮ੍ਰਿਤ ਪਾਨ ਕਰੀਏ, ਤੇ ਅਸੀਂ ਪਿਛਲੇ ਸਮੇਂ 'ਚ ਵਿਆਖਿਆ ਹੀ ਇਸ ਤਰ੍ਹਾਂ ਕੀਤੀ ਕਿ ਅੰਮ੍ਰਿਤ ਨੂੰ ਅਸੀਂ ਹਊਆ ਬਣਾ ਕੇ ਪੇਸ਼ ਕੀਤਾ। ਯਾਦ ਰੱਖਣਾ, ਵਿਸਾਖੀ ਦਾ ਦਿਨ ਅੰਮ੍ਰਿਤ ਦੇ ਸੰਬੰਧ ਵਿੱਚ ਮੈਂ 1-2 ਬਚਨ ਜ਼ਰੂਰ ਕਹਿਣਾ ਚਾਹਾਂਗਾ ਕਿ ਅੰਮ੍ਰਿਤ ਛਕਣ ਦਾ ਅਰਥ ਕੀ ਹੈ? ਵੀ 4 ਵੱਡੇ ਪਾਪ ਨਹੀਂ ਕਰਨੇ, ਕੇਸਾਂ ਦੀ ਬੇਅਦਬੀ ਨਹੀਂ ਕਰਨੀ। ਤੇ ਵੈਸੇ ਹੀ ਸਾਧ ਸੰਗਤ, ਇਹ ਗੁਰੂ ਸਾਹਿਬ ਨੇ, ਗੁਰੂ ਗੋਬਿੰਦ ਸਿੰਘ ਨੇ ਕੇਸਾਂ ਦੀ ਮੋਹਰ ਕਹਿ ਕੇ ਕੇਸਾਂ ਨੂੰ ਨਵਾਜਿਆ। ਆਪਾਂ ਜਦੋਂ ਅਰਦਾਸ ਕਰਦੇ ਆਂ, ਅਰਦਾਸ ਦੇ 7 ਬੰਦਾਂ ਚੋਂ ਜਦੋਂ ਆਪਾਂ ਇੱਕ ਬੰਦ ਪੜ੍ਹਦੇ, ਉਹ ਹੈ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ। ਕਈ ਵਾਰ ਸੋਚੀਦਾ ਮਹਾਰਾਜ ਇਹ ਸਿੱਖੀ ਕਿੰਨੀ ਮਹਾਨ ਹੋਵੇਗੀ ਜਿਹੜੀ ਆਪਾਂ ਵਾਰ-ਵਾਰ ਗੁਰੂ ਅੱਗੇ ਤਰਲਾ ਲੈ ਕੇ ਮੰਗੀ ਜਾ ਰਹੇ ਹਾਂ। ਜਿੰਨੀ ਵਾਰ ਅਰਦਾਸ ਹੁੰਦੀ ਹੈ ਉਨੀ ਵਾਰ ਹੀ ਆਪਾਂ ਗੁਰੂ ਅੱਗੇ ਤਰਲਾ ਲੈ ਕੇ ਸਿੱਖੀ ਦਾ ਦਾਨ ਮੰਗਦੇ ਹਾਂ। ਫਿਰ ਸਿੱਖੀ ਦਾਨ ਤੋਂ ਬਾਅਦ ਕੇਸ ਦਾਨ ਮੰਗਿਆ ਜਾਂਦਾ ਹੈ। ਤੇ ਮੈਂ ਕਈ ਵਾਰ ਇਹ ਬੇਨਤੀ ਕੀਤੀ, ਮੈਂ ਦਰਬਾਰ ਸਾਹਿਬ ਕਥਾ ਕਰਦਿਆਂ ਵੀ ਇੱਕ ਦਿਨ ਕਿਹਾ ਸੀ, ਘਰ ਵਿੱਚ ਕੋਈ ਚੀਜ਼ ਬੱਚਾ ਖਾਣ ਲੱਗੇ ਤੇ ਧਰਤੀ ਤੇ ਡਿੱਗ ਪਵੇ ਤੇ ਸਿਆਣੀ ਮਾਂ ਨੂੰ ਰੋਕ ਕੇ ਕਹਿੰਦੀ ਹੈ, ਬੇਟਾ ਧਰਤੀ ਤੋਂ ਚੁੱਕ ਕੇ ਕੋਈ ਵਸਤੂ ਨਹੀਂ ਖਾਈਦੀ, ਪਰ ਜਦੋਂ ਕੜਾਹ ਪ੍ਰਸ਼ਾਦ ਦੀ ਦੇਗ ਗੁਰਦੁਆਰੇ ਲਈਏ ਤੇ ਵਰਤਾਉਂਦਿਆਂ ਜਾਂ ਲੈਂਦਿਆਂ ਕਿਤੇ ਕਿਣਕਾ ਪ੍ਰਸ਼ਾਦ ਦਾ ਧਰਤੀ ਤੇ ਡਿੱਗ ਪਵੇ, ਆਪਾਂ ਉਸ ਕਿਣਕੇ ਨੂੰ ਵੀ ਚੁੱਕ ਕੇ ਛਕਣ ਤੋਂ ਗਰੇਜ ਨਹੀਂ ਕਰਦੇ। ਉਹਦਾ ਕਾਰਨ ਇਹ ਗੁਰੂ ਦਾ ਹੈ, ਤੇ ਜਿਹੜੀ ਚੀਜ਼ ਗੁਰੂ ਦੀ ਹੋਵੇ ਸਿੱਖ ਨੂੰ ਆਪਣੇ ਦਿਲ ਵਿੱਚ ਸਤਿਕਾਰ ਦਿੰਦਾ ਹੈ। ਇਹਦਾ ਮਤਲਬ ਮਹਾਰਾਜ ਨੇ ਕਿਹਾ ਕਿ ਇਹ ਜਿਹੜੇ ਕੇਸ ਨੇ ਇਹ ਵੀ ਗੁਰੂ ਕੀ ਮੋਹਰ ਹਨ, ਇਹਦੀ ਬੇਅਦਬੀ ਨਹੀਂ ਕਰਨੀ। ਇਸ ਗੱਲ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕ੍ਰੈਤ ਵਿੱਚ ਸ਼ਾਮਲ ਕਰ ਦਿੱਤਾ। ਤੇ ਵੈਸੇ ਹੀ ਸਾਧ ਸੰਗਤ, ਕੇਸਾਂ ਵਾਲੇ ਮਨੁੱਖ ਦਾ ਪਹਿਰਾਵਾ ਹੀ ਇਦਾਂ ਦਾ ਹੈ। ਮੈਂ ਇੱਕ ਛੋਟੀ ਜੀ ਘਟਨਾ ਦਾ ਜ਼ਿਕਰ ਕਰਾਂ। ਕਹਿੰਦੇ ਵੀ ਇੱਕ ਅੰਗਰੇਜ਼ ਪੰਜਾਬ ਦੀ ਧਰਤੀ ਤੇ ਆਇਆ 19ਵੀਂ ਸਦੀ ਦੇ ਸ਼ੁਰੂ ਵਿੱਚ। ਉਹਦੇ ਦਿਲ ਵਿੱਚ ਆਇਆ ਕਿ ਮੈਂ ਇੱਥੋਂ ਦੀ ਧਰਤੀ, ਇੱਥੋਂ ਦੀ ਸੱਭਿਅਤਾ, ਇੱਥੋਂ ਦੇ ਲੋਕਾਂ ਦੀ ਕੋਈ ਨਾ ਕੋਈ ਮੈਂ ਇਹਨਾਂ ਦੇ ਬਾਰੇ ਲਿਖ ਸਕਾਂ। ਅਜੇ ਤੱਕ ਆਇਆ ਨਹੀਂ ਸੀ, ਅੱਜ ਪਹਿਲੀ ਵਾਰ ਆਇਆ। ਇਹਨੇ ਇੱਕ ਸਿਆਣਾ ਗਾਈਡ ਲਿਆ, ਇੱਕ ਗੱਡੀ ਦਾ ਪ੍ਰਬੰਧ ਕੀਤਾ ਤੇ ਇੱਕ ਡਰਾਈਵਰ ਲਿਆ। ਇਹ ਦੋਵੇਂ ਬੰਦੇ ਗੈਰ ਸਿੱਖ ਸਨ, ਗਾਈਡ ਵੀ ਤੇ ਡਰਾਈਵਰ ਵੀ। ਅੰਗਰੇਜ਼ ਨੇ ਉਹਨਾਂ ਨੂੰ ਕਿਹਾ ਵੀ ਮੈਨੂੰ ਪੰਜਾਬ ਦੀ ਧਰਤੀ ਤੇ ਪਿੰਡਾਂ ਵਿੱਚ ਲੈ ਕੇ ਜਾਓ। ਇਤਿਹਾਸ ਕਹਿੰਦਾ ਹੈ ਇਹ ਤਿੰਨੇ ਬੰਦੇ ਗੱਡੀ 'ਚ ਸਵਾਰ ਹੋ ਕੇ ਪੰਜਾਬ ਦੇ ਇੱਕ ਪਿੰਡ ਵਿੱਚ ਦੀ ਲੰਘਦੇ ਨੇ। ਅੰਗਰੇਜ਼ ਨੇ ਗੱਡੀ 'ਚ ਬੈਠਿਆਂ ਕੀ ਵੇਖਿਆ? ਘੋੜੇ ਤੇ ਚੜਿਆ ਜਾ ਰਿਹਾ ਸੀ ਇੱਕ ਸਾਬਤ ਸੂਰਤ ਨੌਜਵਾਨ, ਜਿਹਦੇ ਚਿਹਰੇ ਤੇ ਦਾੜਾ, ਸਿਰ ਤੇ ਸੋਹਣੀ ਪੱਗ, ਜਿਵੇਂ ਆ ਬੱਚੇ ਸੋਹਣੀਆਂ ਦਸਤਾਰਾਂ ਸਜਾ ਕੇ ਬੈਠੇ ਹਨ। ਜਦੋਂ ਸਿਰ ਤੇ ਸੋਹਣੀ ਪੱਗ ਵੇਖੀ, ਚਿਹਰੇ ਤੇ ਦਾੜਾ ਵੇਖਿਆ, ਉਹਦਾ ਰੋਬ ਝੱਲਿਆ ਨਾ ਜਾਵੇ ਤੇ ਸਾਧ ਸੰਗਤ, ਉਹਨੇ ਇੱਕਦਮ ਡਰਾਈਵਰ ਨੂੰ ਕਿਹਾ ਵੀ ਪਲੀਜ਼ ਸਟਾਪ, ਗੱਡੀ ਦੀ ਬ੍ਰੇਕ ਮਾਰੋ। ਉਹਨੇ ਬ੍ਰੇਕ ਮਾਰੀ ਤੇ ਅੰਗਰੇਜ਼ ਨੇ ਗੱਡੀ ਦੀ ਬਾਰੀ ਬਾਹਰ ਖੋਲੀ ਤੇ ਉਸ ਘੋੜੇ ਤੇ ਚੜੇ ਹੋਏ ਸਰਦਾਰ ਨੂੰ ਉਹਨੇ ਸਲੂਟ ਮਾਰਿਆ। ਗਾਈਡ ਨੇ ਦੂਜੀ ਬਾਰੀ ਖੋਲੀ, ਉਹਨੇ ਬਾਹਰ ਆ ਕੇ ਕਿਹਾ, ਸਰ
ਤੁਸੀਂ ਇਹਨੂੰ ਸਲੂਟ ਕਿਉਂ ਮਾਰਿਆ? ਉਹ ਅੰਗਰੇਜ਼ ਨੇ ਕਿਹਾ, ਕਹਿੰਦਾ ਗਾਈਡ ਸਾਹਿਬ ਇਹਨੂੰ ਸਲੂਟ ਮੈਂ ਤਾਂ ਮਾਰਿਆ ਵੀ ਮੈਨੂੰ ਐਉਂ ਲੱਗਾ ਵੀ ਇਹ ਬੰਦਾ ਜਿਹੜਾ ਘੋੜੇ ਤੇ ਚੜਿਆ ਹੈ ਇਹ ਇੱਥੋਂ ਦਾ ਕੋਈ ਸ਼ਾਇਦ ਰਾਜਾ ਜਾਂ ਮਹਾਰਾਜਾ ਹੈ। ਗਾਈਡ ਕਹਿਣ ਲੱਗਾ ਸਰ ਨਹੀਂ, ਤੁਹਾਨੂੰ ਭੁਲੇਖਾ ਪੈ ਗਿਆ, ਇਹ ਕੋਈ ਰਾਜਾ ਮਹਾਰਾਜਾ ਨਹੀਂ। ਅੰਗਰੇਜ਼ ਨੇ ਕਿਹਾ ਫਿਰ ਇਹ ਕੌਣ ਹੈ? ਤੇ ਗਾਈਡ ਕਹਿਣ ਲੱਗਾ ਵੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੰਘ ਹੈ। ਇਸ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਨੇ ਇੱਕ ਵੱਖਰੀ ਪਛਾਣ ਦਿੱਤੀ ਹੈ, ਇਹਨੂੰ ਇੱਕ ਵੱਖਰਾ ਪਹਿਰਾਵਾ ਦਿੱਤਾ ਹੈ। ਤੇ ਉਹਨੇ ਕਿਹਾ ਇਹਨੂੰ ਮਿਸਟਰ ਸਿੰਘ ਵੀ ਕਿਹਾ ਜਾਂਦਾ ਹੈ, ਸਰਦਾਰ ਵੀ ਕਿਹਾ ਜਾਂਦਾ ਹੈ। ਜਦੋਂ ਇਹ ਬਚਨ ਸੁਣੇ ਤੇ ਉਸ ਅੰਗਰੇਜ਼ ਨੇ ਇੱਕ ਸਲੂਟ ਹੋਰ ਮਾਰਿਆ। ਗਾਈਡ ਹੱਸ ਕੇ ਕਹਿਣ ਲੱਗਾ ਸਰ ਹੁਣ ਤੇ ਤੁਹਾਨੂੰ ਸੱਚ ਪਤਾ ਲੱਗ ਗਿਆ, ਤੁਸੀਂ ਦੂਜਾ ਸਲੂਟ ਇਸ ਸਿੰਘ ਨੂੰ ਕਾਹਦੇ ਲਈ ਕੀਤਾ? ਉਹਦੇ ਬੋਲ ਸੀ ਮੈਂ ਇੱਕ ਕਿਤਾਬ ਵਿੱਚੋਂ ਪੜ੍ਹੇ ਨੇ। ਉਹ ਕਹਿਣ ਲੱਗਾ ਗਾਈਡ ਸਾਹਿਬ ਇਹ ਦੂਜਾ ਸਲੂਟ ਮੈਂ ਇਸ ਸਰਦਾਰ ਨੂੰ ਨਹੀਂ, ਇਸ ਮਿਸਟਰ ਸਿੰਘ ਨੂੰ ਨਹੀਂ, ਬਲਕਿ ਇਹਦੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਾਰਿਆ, ਜਿਨਨੇ ਆਪਣੇ ਕੱਲੇ ਕੱਲੇ ਬੱਚੇ ਨੂੰ ਰਾਜੇ ਤੇ ਮਹਾਰਾਜਿਆਂ ਵਾਲਾ ਸਰੂਪ ਬਖਸ਼ਿਸ਼ ਕੀਤਾ ਹੈ। ਸਾਧ ਸੰਗਤ ਇਹਦਾ ਮਤਲਬ ਵੀ ਅੱਜ ਤੱਕ ਦੁਨੀਆ ਦਾ ਕੋਈ ਵੀ ਰਹਿਬਰ ਆਪਣੀ ਕੌਮ ਨੂੰ ਆਪਣਾ ਰੂਪ ਨਹੀਂ ਦੇ ਕੇ ਗਿਆ। ਤੁਸੀਂ ਸਾਰੇ ਧਰਮਾਂ ਦਾ ਇਤਿਹਾਸ ਪੜ੍ਹ ਕੇ ਦੇਖ ਲਓ, ਪਰ ਜਿੱਦਣ ਗੁਰੂ ਗੋਬਿੰਦ ਸਿੰਘ ਦੀ ਗੱਲ ਚੱਲੀ ਮਹਾਰਾਜ ਨੇ ਇੱਕੋ ਬਚਨ ਕਿਹਾ ਵੀ ਇਹ ਖਾਲਸਾ ਹੈ, ਇਸ ਖਾਲਸੇ ਦੀਆਂ ਨੀਆਂ ਵਿੱਚ ਮੈਂ ਦਇਆ ਪਾਈ, ਧਰਮ ਪਾਇਆ, ਹਿੰਮਤ ਪਾਈ, ਮੋਹਕਮਤਾਈ ਪਾਈ ਤੇ ਸਹਿਬੀ ਪਾਈ। ਤੇ ਉਹਨਾਂ ਅੱਗੇ ਬਚਨ ਕੀਤਾ ਵੀ ਇਹ ਹੁਣ ਮੇਰਾ ਖਾਸ ਰੂਪ ਬਣ ਗਿਆ। ਹਜੂਰ ਨੇ ਕਿਹਾ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇਂ ਹੋ ਕਰੋ ਨਿਵਾਸ। ਲੋਕਾਂ ਪੁੱਛਿਆ ਮਹਾਰਾਜ ਤੁਹਾਡੇ ਦਰਸ਼ਨ ਕਰਨੇ ਹੁਣ ਫੇਰ? ਹਜੂਰ ਨੇ ਕਿਹਾ ਮੇਰੇ ਦਰਸ਼ਨ ਮੇਰੇ ਖਾਲਸੇ ਪੰਥ ਵਿੱਚੋਂ ਹੋ ਸਕਦੇ। ਮੈਂ ਕਹਿੰਦਾ ਵੇਖੋ ਅੱਜ ਵੀ ਆਪਾਂ ਖਾਲਸਾ ਪੰਥ ਦੇ ਮੈਂਬਰ ਤੇ ਯਾਦ ਰੱਖਿਓ ਜਿਹੜਾ ਅੰਮ੍ਰਿਤਧਾਰੀ ਸਿੰਘ ਤਿਆਰ ਬਰ ਤਿਆਰ ਹੋਏ ਤੇ ਉਹਨਾਂ ਨੂੰ ਕਈ ਵਾਰ 5 ਪਿਆਰਿਆਂ ਵਿੱਚ ਲੱਗਣ ਦੀ ਸੇਵਾ ਮਿਲਦੀ। ਤੇ ਮਹਾਰਾਜ ਨੇ ਕਿਵੇਂ ਖਾਸ ਰੂਪ ਬਖਸ਼ਿਆ ਆਪਣੇ ਖਾਲਸੇ ਨੂੰ, ਕਿਵੇਂ ਇਹ ਬਚਨ ਕਹੇ ਵੀ ਮੇਰਾ ਵਾਸਾ ਹੀ ਇਹਨਾਂ ਦੇ ਵਿੱਚ ਹੈ। ਜਦੋਂ ਕਿਤੇ ਨਗਰ ਕੀਰਤਨ ਨਿਕਲਦੇ ਹੋਣਗੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਵੇਖੋ ਮਹਾਰਾਜ ਨੇ ਸਭ ਤੋਂ ਅੱਗੇ ਆਪਣੇ ਸਾਹਿਬਜ਼ਾਦਿਆਂ ਨੂੰ ਨਹੀਂ ਲਾਇਆ, ਸਭ ਤੋਂ ਅੱਗੇ ਆਪਣੇ ਮਾਤਾ ਜੀ ਨੂੰ ਵੀ ਨਹੀਂ ਲਾਇਆ, ਸਭ ਤੋਂ ਅੱਗੇ ਮਹਾਰਾਜ ਦੀ ਭੂਆ ਦੇ ਪੁੱਤਰ ਸਨ ਜਿਹੜੇ ਅਨੰਦਪੁਰ ਸਾਹਿਬ ਰਹਿੰਦੇ ਸਨ, ਬੀਬੀ ਵੀਰੋ ਦੇ ਪੁੱਤਰ ਭਾਈ ਸੰਗੋ ਮੱਲ, ਜੀਤ ਸ਼ਾਹ, ਇਹ ਤਾਦਕ ਗੁਰੂ ਸਾਹਿਬ ਚਾਹੁੰਦੇ ਤੇ ਉਹਨਾਂ ਨੂੰ ਵੀ ਅਗਵਾਈ ਕਰਨ ਲਈ ਅੱਗੇ ਲਾ ਸਕਦੇ ਸਨ, ਪਰ ਨਹੀਂ, ਸਭ ਤੋਂ ਅੱਗੇ ਜੇ ਕਿਸੇ ਨੂੰ ਲਾਇਆ ਉਹਨਾਂ ਨੇ ਕਿਹਾ 5 ਅਗਵਾਈ ਕਰਨਗੇ ਕਿਉਂਕਿ ਇਹ 5 ਪਿਆਰੇ ਮੇਰਾ ਖਾਸ ਰੂਪ ਹਨ। ਇੱਥੇ ਹੀ ਸਤਿਕਾਰ ਨਹੀਂ ਕੀਤਾ। ਜਿੱਦਣ ਗੁਰੂ ਗੋਬਿੰਦ ਸਿੰਘ ਮਹਾਰਾਜ ਨੰਦੇੜ ਦੀ ਧਰਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਦੇ ਨੇ ਤੇ ਜਦੋਂ ਅਰਦਾਸ ਹੋ ਕੇ ਹੁਕਮਨਾਮਾ ਹੋਇਆ ਤੇ ਇਤਿਹਾਸ ਕਹਿੰਦਾ ਇੱਕ ਸਿੱਖ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਉਣ ਲੱਗਾ। ਮਹਾਰਾਜ ਨੇ ਉਹਨੂੰ ਹੁਕਮ ਕੀਤਾ, ਹਜੂਰ ਕਹਿਣ ਲੱਗੇ ਵੀ ਇਹ ਸੰਗਤ ਨੂੰ ਵਰਤਾਉਣ ਤੋਂ ਪਹਿਲਾਂ ਜਿਹੜਾ ਮੇਰਾ ਖਾਸ ਰੂਪ ਖਾਲਸਾ ਪੰਥ ਹੈ, ਜਿਹੜੇ ਮੇਰੇ 5 ਪਿਆਰੇ ਹਨ, ਇਹਨਾਂ ਦਾ ਗੱਫਾ ਵਰਤਾ ਕੇ ਤੇ ਬਾਕੀ ਸੰਗਤ ਨੂੰ ਬਾਅਦ ਵਿੱਚ ਵਰਤਾਇਆ ਜਾਵੇ। ਵੇਖੋ ਇਹ ਹੈ ਸਤਿਕਾਰ ਕਿਸੇ ਕੌਮ ਦਾ। ਐਵੇਂ ਨਹੀਂ ਕਿਹਾ ਮਹਾਰਾਜ ਨੇ ਕਿ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨੇ ਮੋਸੋਂ ਗਰੀਬ ਕਰੋੜ ਪਰੇ ਹੈ। ਐਵੇਂ ਨਹੀਂ ਕਿਹਾ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ। ਜੇ ਚਾਹੁੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ 4 ਸਾਹਿਬਜ਼ਾਦਿਆਂ ਦਾ ਗੱਫਾ ਵੱਖਰਾ ਕੱਢ ਸਕਦੇ ਸਨ, ਆਪਣੇ ਪਿਤਾ ਜੀ ਦਾ, ਮਾਤਾ ਜੀ ਦਾ ਗੱਫਾ ਵੱਖਰਾ ਕੱਢ ਸਕਦੇ ਸਨ, ਪਰ ਮਹਾਰਾਜ ਨੇ ਉੱਥੇ ਵੀ ਹਜੂਰ ਸਾਹਿਬ ਦੀ ਧਰਤੀ ਤੇ 5 ਪਿਆਰਿਆਂ ਦਾ ਸਤਿਕਾਰ ਕੀਤਾ, ਆਪਣੇ ਖਾਸ ਰੂਪ ਦਾ ਸਤਿਕਾਰ ਕੀਤਾ ਤੇ ਉਹਦੇ ਤੋਂ ਬਾਅਦ ਕਿਹਾ ਵੀ ਸੰਗਤ ਨੂੰ ਵਰਤਾਇਆ ਜਾਵੇ। ਇਹ ਹੈ ਸਤਿਕਾਰ। ਤਾਂ ਹੀ ਮਹਾਰਾਜ ਨੇ ਕਿਹਾ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇਂ ਹੋ ਕਰੋ ਨਿਵਾਸ। ਅੱਗੇ ਕਿਹਾ ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪਿੰਡ ਪ੍ਰਾਨ। ਹਜੂਰ ਨੇ ਕਿਹਾ ਮੇਰਾ ਸਰੀਰ ਵੀ ਖਾਲਸਾ ਤੇ ਮੇਰੇ ਸਾਹ ਵੀ ਖਾਲਸਾ ਤੇ ਮੈਂ ਖਾਲਸਾ ਪੰਥ ਨਾਲ ਇਸ ਤਰ੍ਹਾਂ ਓਤ-ਪੋਤ ਹਾਂ, ਹਉ ਖਾਲਸੇ ਕਾ ਖਾਲਸਾ ਮੇਰੋ ਓਤ-ਪੋਤ ਸਾਗਰ ਬੁੰਦੇ ਰੋ। ਜਿਵੇਂ ਇੱਕ ਬੂੰਦ ਪਾਣੀ ਦੀ ਸਾਗਰ ਵਿੱਚ ਡਿੱਗ ਕੇ ਸਾਗਰ ਬਣ ਜਾਂਦੀ, ਸਾਗਰ ਦਾ ਰੂਪ ਸਮੁੰਦਰ ਵਿੱਚ ਪਾਣੀ ਦਾ ਰੂਪ ਹੋ ਜਾਂਦੀ। ਮਹਾਰਾਜ ਨੇ ਕਿਹਾ ਮੇਰੇ ਤੇ ਮੇਰੇ ਖਾਲਸੇ ਵਿੱਚ ਫਰਕ ਕੋਈ ਨਹੀਂ। ਦੁਨੀਆ ਦਾ ਕੋਈ ਰਹਿਬਰ ਇੰਨਾ ਸਤਿਕਾਰ ਨਹੀਂ ਦੇ ਕੇ ਗਿਆ ਜਿੰਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਿਸਾਖੀ ਵਾਲੇ ਦਿਨ
ਆਪਣੀ ਇਸ ਕੌਮ ਨੂੰ ਖਾਲਸਾ ਪੰਥ ਨੂੰ ਸਤਿਕਾਰ ਬਖਸ਼ਿਆ ਹੈ। ਫਿਰ ਇਸੇ ਤਰ੍ਹਾਂ ਸਾਧ ਸੰਗਤ ਜੀ ਸਾਨੂੰ ਕਰੈਤਾਂ ਤੋਂ ਬਚਣ ਦੀ ਪ੍ਰੇਰਣਾ ਦਿੱਤੀ ਤੇ ਪੰਜ ਕਕਾਰਾਂ ਦੇ ਧਾਰਨੀ ਰਹਿਣ ਵਾਸਤੇ ਸਾਨੂੰ ਮਹਾਰਾਜ ਨੇ ਪ੍ਰੇਰਣਾ ਦਿੱਤੀ। ਪੰਜ ਕਕਾਰਾਂ ਦੇ ਵਿੱਚ ਵੇਖੋ, ਅੱਜ ਦੀ ਮੈਡੀਕਲ ਸਾਇੰਸ ਕਹਿੰਦੀ ਹੈ ਕਿ ਹਰ ਇੱਕ ਨੂੰ ਕੰਘੀ ਆਪਣੀ ਵਰਤਣੀ ਚਾਹੀਦੀ, ਪਰ ਧੰਨ ਗੁਰੂ ਗੋਬਿੰਦ ਸਿੰਘ ਜਿਨ੍ਹਾਂ 350 ਸਾਲ ਪਹਿਲਾਂ ਹਰ ਸਿੱਖ ਨੂੰ ਹੁਕਮ ਕੀਤਾ ਕਿ ਆਪਣੇ ਕੇਸਾਂ ਵਿੱਚ ਕੰਘਾ ਰੱਖਣਾ ਹੈ, ਕੇਸਾਂ ਨੂੰ ਗੁਰੂ ਕੀ ਮੋਹਰ ਕਿਹਾ। ਫਿਰ ਸਾਨੂੰ ਕੜਾ ਦਿੱਤਾ। ਪ੍ਰੋਫੈਸਰ ਪੂਰਨ ਸਿੰਘ ਕੜੇ ਬਾਰੇ ਲਿਖਦਾ ਹੈ, ਕਹਿੰਦਾ ਇਹ ਕੜਾ ਕੱਲਾ ਲੋਹਾ ਨਹੀਂ, ਇਹ ਜਿੱਤ ਦੀ ਟਰੋਫੀ ਹੈ। ਤੇ ਕਹਿੰਦਾ ਇਹ ਇਸ ਗੱਲ ਦਾ ਪ੍ਰਤੀਕ ਹੈ ਕਿ ਜਿਸ ਹੱਥ ਵਿੱਚ ਗੁਰੂ ਗੋਬਿੰਦ ਸਿੰਘ ਦੇ ਸਿੱਖ ਨੇ ਕੜਾ ਪਾਇਆ ਹੋਵੇ ਉਹ ਆਪਣੇ ਉਹਨਾਂ ਹੱਥਾਂ ਨਾਲ ਕਦੇ ਗਲਤ ਕੰਮ ਨਹੀਂ ਕਰ ਸਕਦਾ। ਸਾਧ ਸੰਗਤ ਉਹ ਕਦੇ ਬੇਇਨਸਾਫੀ ਨਹੀਂ ਕਰ ਸਕਦਾ। ਕੱਲ ਨੂੰ ਗੁਰੂ ਗੋਬਿੰਦ ਸਿੰਘ ਦੇ ਹੱਥ ਵਿੱਚ, ਮਹਾਰਾਜ ਦੇ ਸਿੱਖ ਦੇ ਹੱਥ ਵਿੱਚ ਕਲਮ ਆਵੇ, ਉਹ ਇਹਨਾਂ ਹੱਥਾਂ ਨਾਲ ਗਲਤ ਫੈਸਲਾ ਨਹੀਂ ਕਰ ਸਕਦਾ। ਇਸ ਕਰਕੇ ਮਹਾਰਾਜ ਨੇ ਕੜਾ ਬਖਸ਼ਿਆ। ਫਿਰ ਕਿਰਪਾਨ ਦਿੱਤੀ, ਇਹ ਵੀ ਪੰਜਾਂ ਕਕਾਰਾਂ ਵਿੱਚ ਸ਼ਾਮਲ ਹੈ। ਮੈਂ ਪੰਜਾਬ ਦੀ ਧਰਤੀ ਤੇ ਅਕਸਰ ਵੇਖਦਾ ਜਦੋਂ ਕੋਈ ਪੋਲੀਟੀਕਲ ਮੰਤਰੀ, ਕੋਈ MLA ਆਵੇ ਤੇ ਲੋਕਾਂ ਦੀਆਂ ਡਿਮਾਂਡਾਂ ਹੁੰਦੀਆਂ ਨੇ ਵੀ ਸਾਨੂੰ ਲਾਇਸੈਂਸ ਬਣਾ ਦਿਓ ਅਸਲੇ ਦਾ। ਮੈਂ ਕਹਿੰਦਾ ਅਸੀਂ ਅੱਜ ਮੰਗ ਕਰ ਰਹੇ ਹਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਕਈ ਸੌ ਸਾਲ ਪਹਿਲਾਂ ਇਹ ਸ਼ਬਦ ਕਹਿ ਦਿੱਤੇ ਕਿ ਹਰ ਸਿੱਖ ਆਪਣੀ ਸਵੈ ਰੱਖਿਆ ਵਾਸਤੇ ਆਪਣੇ ਕੋਲ ਕਿਰਪਾਨ ਰੱਖੇ ਤੇ ਆਪਣਾ ਨਗੇਜ ਟੱਕਣ ਲਈ ਮਹਾਰਾਜ ਨੇ ਸਾਨੂੰ ਪੰਜਵਾਂ ਕਕਾਰ ਕਛਹਿਰਾ ਬਖਸ਼ਿਆ। ਇਸ ਕਰਕੇ ਮੇਰੇ ਕਹਿਣ ਤੋਂ ਭਾਵ ਕਿ ਅੰਮ੍ਰਿਤ ਕੋਈ ਹਊਆ ਨਹੀਂ, ਅੰਮ੍ਰਿਤ ਵੇ ਆਫ ਲਾਈਫ ਹੈ। ਅੰਮ੍ਰਿਤ ਕੀ ਹੈ? ਇਹ ਜ਼ਿੰਦਗੀ ਜਿਉਣ ਦਾ ਸੋਹਣਾ ਤਰੀਕਾ ਹੈ। ਚਾਰ ਵੱਡੇ ਪਾਪ ਨਹੀਂ ਕਰਨੇ, ਬਸ ਇਹੀ ਅੰਮ੍ਰਿਤ ਛਕਣਾ ਹੈ। ਇਸ ਕਰਕੇ ਸਾਧ ਸੰਗਤ ਹਰ ਬੱਚੇ ਬੱਚੀ ਨੂੰ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨਾ ਚਾਹੀਦਾ ਹੈ। ਸੱਚੇ ਪਾਤਸ਼ਾਹ ਨੇ ਫਿਰ ਇੱਕ ਹੋਰ ਕਾਰਜ ਬੜਾ ਵੱਡਾ ਕੀਤਾ। ਚਾਰ ਵਰਨ ਸਨ ਜਿੱਦਨ ਖਾਲਸਾ ਸਾਜਿਆ, ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ। ਮਨੂ ਸਿਮਰਤੀ ਦੇ ਮੁਤਾਬਕ ਇਹਨਾਂ ਦੇ ਕੰਮ ਵੀ ਅੱਡੋ ਅੱਡ ਸਨ। ਬ੍ਰਾਹਮਣ ਦਾ ਕੰਮ ਸੀ ਵੀ ਇਹਨੇ ਕੇਵਲ ਧਾਰਮਿਕ ਗ੍ਰੰਥ ਪੜ੍ਹਨੇ ਤੇ ਪੜ੍ਹਾਉਣੇ। ਜੇਕਰ ਸ਼ੂਦਰ ਪੜ੍ਹ ਲੈਂਦਾ ਸੀ ਉਹਦੀ ਜੀਭ ਕੱਟ ਦਿੱਤੀ ਜਾਂਦੀ ਸੀ। ਜੇਕਰ ਉਹ ਸੁਣ ਲੈਂਦਾ ਸੀ ਉਹਦੇ ਕੰਨ ਵਿੱਚ ਸਿੱਕਾ ਢਾਲ ਕੇ ਉਹਨੂੰ ਬੋਲਾ ਕਰ ਦਿੱਤਾ ਜਾਂਦਾ ਸੀ। ਮਹਾਰਾਜ ਨੇ ਜਦੋਂ ਵੇਖਿਆ ਕਿ ਇਹ ਅਧਿਕਾਰ ਕੇਵਲ ਇੱਕ ਸ਼੍ਰੇਣੀ ਦੇ ਕੋਲ ਹੈ, ਸੱਚੇ ਪਾਤਸ਼ਾਹ ਨੇ ਖਾਲਸਾ ਸਾਜਣ ਤੋਂ ਬਾਅਦ ਇਹ ਬਚਨ ਕਹੇ ਵੀ ਅੱਜ ਤੋਂ ਬਾਅਦ ਹਰ ਬੱਚਾ ਬੱਚੀ ਆਪ ਬਾਣੀ ਪੜ੍ਹ ਸਕਦਾ ਹੈ। ਇਹ ਨਹੀਂ ਵੀ ਕੋਈ ਇੱਕੋ ਹੀ ਸ਼੍ਰੇਣੀ ਪਾਠ ਕਰ ਸਕਦੀ। ਮਹਾਰਾਜ ਨੇ ਕਿਹਾ ਕੋਈ ਮੇਰਾ ਪੁੱਤ ਹੋਵੇ, ਮੇਰੀ ਧੀ ਹੋਵੇ, ਕੋਈ ਬੱਚਾ ਹੋਵੇ, ਬੱਚੀ ਹੋਵੇ, ਅਸੀਂ ਸਾਰੇ ਗੁਰੂ ਦੇ ਘਰ ਆ ਕੇ ਆਪ ਆਪਣੇ ਲਈ ਪਾਠ ਕਰ ਸਕਦੇ ਹਾਂ। ਇਹ ਅਧਿਕਾਰ ਮਹਾਰਾਜ ਨੇ ਬਖਸ਼ਿਆ, ਜਿਹੜਾ ਅਧਿਕਾਰ ਪਹਿਲਾਂ ਕੇਵਲ ਇੱਕ ਜਮਾਤ ਦੇ ਕੋਲ ਸੀ। ਫਿਰ ਖੱਤਰੀਆਂ ਦਾ ਕੰਮ ਸੀ ਜੰਗ ਯੁੱਧ ਕਰਨਾ, ਔਰ ਜਦੋਂ ਕਿਤੇ ਕੋਈ ਧਰਮ ਤੇ ਸੰਕਟ ਆਉਣਾ ਤੇ ਬ੍ਰਾਹਮਣ ਦੀ ਰੱਖਿਆ ਵਾਸਤੇ ਖੱਤਰੀ ਹਥਿਆਰ ਚੁੱਕਦਾ ਸੀ। ਮਹਾਰਾਜ ਨੇ ਕਿਹਾ ਮੈਂ ਇਹ ਵੀ ਗੁਣ ਖਾਲਸੇ ਦੀ ਝੋਲੀ ਵਿੱਚ ਪਾਉਣ ਲੱਗਾ ਕਿ ਕੱਲ ਨੂੰ ਇਸ ਤੁਹਾਡੀ ਧਰਤੀ ਤੇ ਕੋਈ ਹਮਲਾਵਰ ਆਇਆ, ਕਿਸੇ ਨਾ ਕਿਸੇ ਤਰ੍ਹਾਂ ਉਹਨੇ ਇਸ ਧਰਤੀ ਨੂੰ ਖਤਮ ਕਰਨ ਦਾ ਯਤਨ ਕੀਤਾ ਤੇ ਧਰਮ ਯੁੱਧ ਕਰਨ ਵਾਸਤੇ ਮੇਰਾ ਖਾਲਸਾ ਖੱਤਰੀ ਦਾ ਰੂਪ ਵੀ ਅਖਤਿਆਰ ਕਰੇਗਾ। ਉਹਨਾਂ ਨੇ ਕਹਿ ਦਿੱਤਾ ਦੇਸ਼ ਸ਼ਿਵਾਬਰ ਮੋਹ ਇਹ ਹੈ, ਸ਼ੁਭ ਕਰਮਨ ਤੇ ਕਬੂ ਨਾ ਟਰੂ, ਨਾ ਡਰੂ ਅਰਸੋਂ ਜਬ ਜਾਏ ਲਰੂ, निश्चय कर अपनी जीत करूं, और सिख हूं अपने ही मन को, ए लालच हों गुन तो उचरों, जब आव की औद निधान बने, अत ही रण में तब जूझ मरूं। खत्रियां तो बाद तीसरा वर्ण सी वैश। वैश्यां दा काम सी वपार करना, ते वैश तो बिना कोई होर श्रेणी दा बंदा समुंदर पार करके वो वपार करन नहीं सी जा सकदा। तुसीं पुराने ग्रंथां नूं पढ़ के वेखो। पर महाराज ने कहा मेरा खालसा किरती होवेगा। अज बड़ी खुशी हुंदी है जदों गुरु गोबिंद सिंह दे सिख तुसीं पंजाब तो बाहर किते भी चले जाओ, चंगे चंगे बिजनेस, खेतीबाड़ी, वपार दा काम, ये महाराज सच्चे पातशाह की कृपा नाल सिख इहदे विच निपुण हन। ये अधिकार गुरु गोबिंद सिंह ने दिता कि कल्ले वैश ही वपार नहीं करनगे। महाराज ने कहा मेरा खालसा किरती होवेगा, खालसा वेलड़ नहीं होवेगा। फिर चौथा सी शूदर, ते शूदरां दा काम की सी? इन्हां तिन्नां वर्णां दी सेवा करनी, कि झाड़ू पोछे दा काम करना, गोए कूड़े दा काम करना, लोकां दी जूठ धोनी,
महाराज ने कहा भी किते खालसे च हंकार ना आ जावे भी मैं ज्ञानी बहुत हाँ, मैं पाठ बड़ा सोहना करदा, मैं ग्रंथ बहुत जानदा, मैं युद्ध बहुत करदा, मेरे च खत्रियां वाला गुण है, मैं व्यापारी बिजनेसमैन, मैं जायदाद का मालक हाँ, किते इहदे च हंकार ना आ जावे। महाराज ने कहा भी जेड़ा काम केवल शूद्रां दे कोल सी, अज मैं ये भी सेवा खालसा पंथ की झोली विच पाई। जदों किते इन्हां नूं समा मिलेगा, ये गुरुद्वारा साहब आके झूठे बर्तन मांजण की सेवा करनगे, कोई झाड़ू लाउण की सेवा करेगा, कोई लंगर पकाउण की सेवा करेगा, कोई जोड़े झाड़न की सेवा करेगा। ये सेवा क्यों दिती महाराज ने? ये काम पहला केवल शूद्र करते सन, पर महाराज ने कहा मेरा खालसा किते हंकारी ना हो जाए कि मैं बहुत वड्डा ज्ञानी हाँ, मैं जंगां युद्धां दा जेतू हाँ। महाराज ने कहा जदों समा मिले ये भी काम गुरुद्वारे च आके सेवा करके अपने जीवन दे विचों हंकार नूं दूर करन दा यतन करना चाहिए। प्रसिद्ध पत्रकार रवीश कुमार एक जगह ते कहंदा है, वो कहंदा सिख एडे आचरण दे उच्चे सुच्चे ने, कहंदा सिख कौम इदां दी कौम है कि ये मर्सडी गड्डी चों उतर के सीधा जोड़े घर विच जांदे ने, जोड़े जमा करन दी सेवा करते ने। कहंदा इन्हां बंदियां च मैं कदे हंकार नहीं वेख्या कि मैं बहुत वड्डा व्यापारी हाँ, बिजनेसमैन हाँ, मैं बहुत जायदाद का मालक हाँ। कहंदा जिद्दन ये गुरु के घर आउंदे ने, ये झुक के आम संगत विच बहिंदे ने, हत्थीं सेवा करते हैं। ये महाराज गुरु गोबिंद सिंह ने खालसा साज के ते साडी झोली विच सारे सिद्धांत पाए, जेड़े पहला केवल एक एक वर्ण के कोल सन। महाराज ने उन्हां चारां नूं पासे करके ते एक सांझी कौम पैदा की ते उहदा नाम रखिया खालसा पंथ। याद रखना अकबर बादशाह के समय 5 तरह की जमीन का जिक्र आता है। एक जमीन नूं प्रोती कहा जाता है, एक नूं बजर कहा जाता सी, एक नूं सजर कहा जाता सी, एक नूं खालसा जमीन कहा जाता सी। ते जिहड़ी खालसा जमीन सी इहदा अर्थ हुंदा सी कि बाकी जमीनां दे उत्तों जगीरदार टैक्स लैंदा सी, उस स्टेट का राजा टैक्स लैंदा सी, पर जिहदे कोल खालसा जमीन हुंदी सी वो बंदा किसी राजे नूं, किसी होर महाराजे नूं, किसी जगीरदार नूं टैक्स नहीं सी दिंदा। उहदा सीधा संबंध बादशाह नाल हुंदा सी कि मैं ये विचोले कढ दित्ते आ ते मेरे कोलों कोई टैक्स नहीं लै सकदा, मेरे कोल खालसा जमीन है ते जिहड़ी जमीन है इहदा मालक मैं हाँ ते मेरा संबंध सीधा बादशाह दे नाल है। ये खालसे का अर्थ है नरोल, खालसे का अर्थ है शुद्ध, ते खालसे का अर्थ है जिहड़ा मिलावट तो रहत होवे, भी इहदे अंदर कोई वकार ना होवे, ये कामी ना होवे, ये क्रोधी ना होवे, ये लोभ मोह ते हंकार तो बचिया होवे। ते दूजी गल जिवें खालसा जमीन वाहण वाले का संबंध सीधा बादशाह नाल हुंदा सी, महाराज ने कहा जिहड़ा खालसा बन गया इहदा संबंध भी सीधा अकाल पुरख वाहिगुरू नाल होवेगा। ये किसी देहधारी गुरु नूं नहीं मन्नेगा, ये कोई कर्म कांड नहीं करेगा, ये कोई वहम भरम नहीं करेगा, ये किसी ज्योतिषी कोल नहीं जाएगा, ये किसी टेवे वाले कोल नहीं जाएगा। इस करके धन गुरु गोबिंद सिंह महाराज ने एक खालसा शब्द दिता भी सिखा तेरा संबंध सीधा अकाल पुरख दे नाल है, सीधा उस परमेश्वर वाहिगुरू अकाल पुरख दे नाल है। साध संगत इस तो इलावा जदों असीं उस समय के इतिहास नूं पढ़दे ते महाराज गुरु गोबिंद सिंह ने जिहड़ी वीरता भरी, ये उस वीरता का नतीजा सी कि इस हिंदुस्तान की धरती नूं जिहड़े जरवाणे लुट्टण आउंदे सन, ये खालसा साजण तो बाद उन्हां जरवाणियां ने इस हिंदुस्तान की धरती वाल नूं मूँह नहीं कीता। ते जे कोई आया भी ते गुरु गोबिंद सिंह महाराज दे सिख जिन्हां अंदर दृढ़ता सी, जिन्हां अंदर सूरबीरता सी ते जेड़े अमृत छक के अज महान बन गए सन, इन्हां ने फिर उन्हां मुगलों के नाल दो दो हाथ कीते। उहदे तो बाद ये मुगल हिंदुस्तान की धरती ते आउंदे 100 बार सोच के आउंदे सन, क्योंकि इन्हां नूं पता सी कि अज जिन्हां नाल साडा सामना होण लगा है, इन्हां नूं गुरु गोबिंद सिंह महाराज ने 1.25 लाख नाल लड़ाना सिखा दिता है। महाराज के पुराने ग्रंथों में लिखिया मिलता है कि 1.25 लाख से एक लड़ाऊं तबे गोबिंद सिंह नाम कहाऊं। ये गुरु गोबिंद सिंह महाराज ने साडे ते कृपा की। फिर अगे आओ विसाखी वाले दिन पंथ साज दिता। ये तो बाद जदों 17वीं सदी के इतिहास नूं पढ़दे हैं, 1748 ईस्वी आई
ਤੇ ਕੌਮ ਦਾ ਆਗੂ ਸੀ ਨਵਾਬ ਕਪੂਰ ਸਿੰਘ। ਉਹਨੇ ਵੱਖ-ਵੱਖ ਥਾਵਾਂ ਤੇ ਖਿੰਡਰੇ ਹੋਏ ਸਿੱਖਾਂ ਨੂੰ ਇੱਕ ਜਥੇਬੰਦੀ ਦੇ ਰੂਪ ਵਿੱਚ ਪੇਸ਼ ਕੀਤਾ ਤੇ ਉਸ ਜਥੇਬੰਦੀ ਦਾ ਨਾਂ ਰੱਖਿਆ ਦਲ ਖਾਲਸਾ। ਇਹ ਦਲ ਖਾਲਸਾ ਦੀ ਜਿਹੜੀ ਸ਼ੁਰੂਆਤ ਸੀ ਇਹ 1748 ਦੀ ਵਿਸਾਖੀ ਨੂੰ ਨਵਾਬ ਕਪੂਰ ਸਿੰਘ ਨੇ ਸ਼ੁਰੂਆਤ ਕੀਤੀ। ਇਹਦੇ ਤੋਂ ਬਾਅਦ ਫਿਰ 1763 ਦੀ ਵਿਸਾਖੀ ਆਈ। ਉਦੋਂ ਸਾਡੀ ਕੌਮ ਦਾ ਮਹਾਨ ਜਰਨੈਲ ਬਾਬਾ ਜੱਸਾ ਸਿੰਘ ਆਹਲੂਵਾਲੀਆ ਉਹ ਸੁਲਤਾਨ ਉਲ ਕੌਮ ਬਣਿਆ। ਇਹ ਜਿਹੜਾ ਸੁਲਤਾਨ ਉਲ ਕੌਮ ਸ਼ਬਦ ਹੈ ਨਾ, ਇਹ ਫਾਰਸੀ ਭਾਸ਼ਾ ਦਾ ਸ਼ਬਦ ਹੈ। ਸੁਲਤਾਨ ਉਲ ਕੌਮ ਦਾ ਅਰਥ ਹੈ ਜਿਹੜਾ ਸਭ ਤੋਂ ਵੱਡਾ ਕੌਮ ਵਿੱਚ ਅਹੁਦਾ ਹੋਵੇ ਉਹਨੂੰ ਸੁਲਤਾਨ ਉਲ ਕੌਮ ਕਿਹਾ ਜਾਂਦਾ ਸੀ। ਜਿਵੇਂ ਮੈਂ ਇਹਨੂੰ ਸੌਖਾ ਕਰ ਦਿਆਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਮੰਨ ਲਓ ਵੀ ਉਹ ਸੁਲਤਾਨ ਉਲ ਕੌਮ ਹੋਇਆ ਕਰਦਾ ਸੀ। ਤੇ ਜਿਸ ਦਿਨ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਸੁਲਤਾਨ ਉਲ ਕੌਮ ਬਣੇ, ਇਤਿਹਾਸ ਕਹਿੰਦਾ ਇਹ ਵੀ ਦਿਨ ਵਿਸਾਖੀ ਦਾ ਦਿਨ ਸੀ। ਬੜਾ ਪਿਆਰਾ ਇਹਨਾਂ ਦਾ ਇਤਿਹਾਸ ਹੈ। ਜਿਹੜਾ ਬਾਬਾ ਜੱਸਾ ਸਿੰਘ ਆਹਲੂਵਾਲੀਆ ਸੀ ਨਾ, ਇਹਨੂੰ ਨਵਾਬ ਕਪੂਰ ਸਿੰਘ ਨੇ ਛੋਟੇ ਹੁੰਦਿਆਂ ਹੀ ਆਪਣੇ ਕੋਲ ਰੱਖ ਕੇ ਪਾਲਿਆ ਸੀ। ਆਮ ਕਰਕੇ ਅਸੀਂ ਕਈ ਵਾਰ ਕਹਿ ਦਿੰਨੇ ਆ ਕਿ ਮੈਂ ਸਿਆਸੀ ਹਾਂ। ਯਾਦ ਰੱਖਣਾ, ਸਿਆਸੀ ਬੰਦਾ ਉਹੀ ਕਾਮਯਾਬ ਜਿਹਦੇ ਕੋਲ ਧਰਮ ਦੀ ਨੌਲੇਜ ਵੀ ਹੋਵੇ। ਬਾਬਾ ਜੱਸਾ ਸਿੰਘ ਆਹਲੂਵਾਲੀਏ ਵਰਗਾ ਸਿਆਸੀ ਨਹੀਂ ਕੋਈ ਹੋ ਸਕਦਾ ਤੇ ਉਹਦੇ ਵਰਗਾ ਧਰਮੀ ਵੀ ਕੋਈ ਨਹੀਂ ਹੋ ਸਕਦਾ। ਜਿੱਦਣ ਅਬਦਾਲੀ ਚੜ ਕੇ ਆਇਆ ਤੇ ਉਹਨੇ ਇੰਨਾ ਧਰਮ ਸੀ ਉਹਦੇ ਵਿੱਚ, ਉਹਨੇ ਇੱਕ ਬਚਨ ਕਿਹਾ ਸੀ, ਮੈਂ ਸੰਜੋਗ ਪਾ ਕੇ ਅਬਦਾਲੀ ਨਾਲ ਨਹੀਂ ਲੜਾਂਗਾ। 19 ਰਾਗਾਂ 'ਚ ਕੀਰਤਨ ਕਰ ਲੈਂਦਾ ਸੀ ਬਾਬਾ ਜੱਸਾ ਸਿੰਘ ਆਹਲੂਵਾਲੀਆ। ਸਾਧ ਸੰਗਤ, ਮੇਰੇ ਕਹਿਣ ਤੋਂ ਭਾਵ ਇਹ ਬਚਪਨ ਵਿੱਚ ਆਇਆ ਤੇ ਜਿਸ ਦਲ ਵਿੱਚ ਰਿਹਾ, ਨਾਲ ਦੇ ਭਚੰਗੀਆਂ ਨੇ ਕਈ ਵਾਰ ਇਹਨੂੰ ਮਖੌਲ ਕਰਨੇ, ਕਿਉਂਕਿ ਇਹਦੀ ਭਾਸ਼ਾ ਨਰੋਲ ਪੰਜਾਬੀ ਭਾਸ਼ਾ ਨਹੀਂ ਸੀ। ਤੇ ਕਈ ਵਾਰ ਗੁਰੂ ਕੇ ਸਿੰਘ ਇਹ ਵਿੱਚ ਹਿੰਦੀ ਸ਼ਬਦ ਵਰਤਦਾ ਸੀ ਤੇ ਹਮਕੋ ਤੁਮਕੋ ਕਹਿ ਕੇ ਇਹਨੂੰ ਬੁਲਾਇਆ ਕਰਦੇ ਸਨ। ਇੱਕ ਦਿਨ ਇਹਨੇ ਨਵਾਬ ਕਪੂਰ ਸਿੰਘ ਨੂੰ ਆ ਕੇ ਕਿਹਾ, ਕਹਿਣ ਲੱਗਾ ਮੈਂ ਇੱਥੇ ਤੁਹਾਡੇ ਦਲ ਵਿੱਚ ਨਹੀਂ ਰਹਿਣਾ, ਕਿਉਂਕਿ ਜਿਹੜੇ ਨਾਲ ਦੇ ਸਾਥੀ ਨੇ ਨਾ ਇਹ ਮੈਨੂੰ ਟੀਚਰਾਂ ਕਰਦੇ ਹਨ। ਨਵਾਬ ਕਪੂਰ ਸਿੰਘ ਨੇ ਇੱਕ ਸ਼ਬਦ ਕਿਹਾ ਸੀ, ਉਹਨੇ ਕਿਹਾ, ਜੱਸਾ ਸਿੰਘ ਮੈਂ ਘੋੜਿਆਂ ਨੂੰ ਘਾਹ ਪਾਉਣ ਦੀ ਸੇਵਾ ਕਰਦਾ ਸਾਂ, ਘੋੜਿਆਂ ਦੀ ਲਿੱਦ ਢਾਉਣ ਦੀ ਸੇਵਾ ਕਰਦਾ ਸਾਂ, ਸੰਗਤ ਨੂੰ ਪੱਖਾ ਝੱਲਣ ਦੀ ਸੇਵਾ ਕਰਦਾ ਸਾਂ ਤੇ ਵੇਖ ਇਸ ਕੌਮ ਨੇ ਮੈਨੂੰ ਨਵਾਬੀ ਬਖਸ਼ ਦਿੱਤੀ। ਮੈਂ ਦਾਅਵੇ ਨਾ ਕਹਿਣਾ, ਜੇਕਰ ਤੂੰ ਸੱਚਮੁੱਚ ਦਿਲੋਂ ਸੇਵਾ ਕਰੇਗਾ, ਇਹ ਸਿੱਖ ਕੌਮ ਇਦਾਂ ਦੀ ਪਿਆਰ ਕਰਨ ਵਾਲੀ ਕੌਮ ਹੈ, ਇੱਕ ਦਿਨ ਇਹ ਤੈਨੂੰ ਕੌਮ ਦਾ ਜਥੇਦਾਰ ਬਣਾ ਦੇਣਗੇ। ਉਹੀ ਗੱਲ ਹੋਈ 1763 ਈਸਵੀ ਨੂੰ ਜਿਹੜੀ ਵਿਸਾਖੀ ਆਈ, ਉਦੋਂ ਬਾਬਾ ਜੱਸਾ ਸਿੰਘ ਆਹਲੂਵਾਲੀਆ ਕੌਮ ਦਾ ਜਥੇਦਾਰ ਬਣਿਆ, ਸੁਲਤਾਨ ਉਲ ਕੌਮ ਬਣਿਆ। ਇਹਦੇ ਤੋਂ ਅੱਗੇ ਅੱਗੇ ਤੁਰਿਆ ਆਓ। ਵਿਸਾਖੀ ਦਾ ਜਿਹੜਾ ਦਿਨ ਹੈ ਇਹਦੀ ਬਹੁਤ ਜ਼ਿਆਦਾ ਸਾਡੇ ਧਰਮ ਵਿੱਚ ਮਹਾਨਤਾ ਰਹੀ ਹੈ। ਜਲਿਆਂਵਾਲੇ ਬਾਗ ਵਿੱਚ 13 ਅਪ੍ਰੈਲ ਸਨ 1919 ਨੂੰ ਜਿਹੜੀ ਘਟਨਾ ਵਾਪਰੀ, ਇਹ ਵੀ ਸਾਧ ਸੰਗਤ ਜੀ ਵਿਸਾਖੀ ਦੇ ਦਿਨ ਹੀ ਘਟਨਾ ਵਾਪਰਦੀ ਹੈ। ਤੇ ਜਦੋਂ 1978 ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਘਟਨਾ ਵਾਪਰਦੀ ਹੈ ਕਿ 13 ਸਿੰਘ ਜਿਹੜੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ ਨਿਰੰਕਾਰੀ ਕਾਂਡ ਵਿੱਚ, ਇਹ ਵੀ ਵਿਸਾਖੀ ਜਿਹੜੀ 1978 ਦੀ, ਇਹ ਵੀ ਵਿਸਾਖੀ ਦਾ ਦਿਨ ਸੀ। ਮੇਰੇ ਕਹਿਣ ਤੋਂ ਭਾਵ ਮੈਂ ਯਤਨ ਕੀਤਾ ਹੈ ਵੀ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਤੇ ਅਜੋਕੇ ਸਮੇਂ ਤੱਕ ਕਿਹੜੀ ਕਿਹੜੀ ਵਿਸਾਖੀ ਦਾ ਇਤਿਹਾਸ ਕੀ ਸਾਨੂੰ ਪ੍ਰੇਰਨਾ ਦਿੰਦਾ ਹੈ। ਤੁਸੀਂ ਬੜੇ ਪਿਆਰ ਸਤਿਕਾਰ ਨਾਲ ਇਹਨਾਂ ਸਾਰੇ ਇਤਿਹਾਸ ਨੂੰ, ਗੁਰਬਾਣੀ ਦੀ ਵਿਚਾਰ ਨੂੰ ਸਰਵਣ ਕੀਤਾ ਔਰ ਮੈਂ ਇਹੀ ਬੇਨਤੀ ਅਖੀਰ ਤੇ ਕਰਕੇ ਤੇ ਆਪਣੇ ਸ਼ਬਦਾਂ ਨੂੰ ਵਿਸ਼ਰਾਮ ਦੇਵਾਂਗਾ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਇੱਕ ਨਵਾਂ ਨਰੋਆ ਇਹ ਮਹਾਨ ਇਨਕਲਾਬੀ ਧਰਮ ਸਥਾਪਿਤ ਕੀਤਾ ਤੇ ਨਾਲ ਇਹ ਮਰਜ਼ਾਦਾ ਬਖਸ਼ਿਸ਼ ਕਰਕੇ ਕਿਹਾ ਸੀ ਕਿ ਗੁਰਬਾਣੀ ਨਾਲ ਜੁੜਨਾ। ਜਿੱਦਣ ਮਹਾਰਾਜ ਜੋਤੀ ਜੋਤ ਸਮਾਉਣ ਲੱਗੇ ਸੀ ਨਾ, ਤੇ ਭਾਈ ਨੰਦ ਲਾਲ ਜੀ ਨੇ ਪੁੱਛਿਆ ਸੀ ਕਿ ਮਹਾਰਾਜ ਜੇ ਤੁਹਾਡੇ ਦਰਸ਼ਨ ਕਰਨ ਨੂੰ ਦਿਲ ਕਰੇ, ਤੇ ਹਜੂਰ ਨੇ ਜਿਹੜੇ ਬਚਨ ਕਹੇ ਉਹਨੂੰ ਭਾਈ ਨੰਦ ਲਾਲ ਜੀ ਨੇ ਆਪਣੇ ਬਚਨਾਂ ਵਿੱਚ ਲਿਖਿਆ ਹੈ, ਆਪਣੀ ਰਚਨਾ ਵਿੱਚ ਲਿਖਿਆ ਹੈ। ਮਹਾਰਾਜ ਦੇ ਬੋਲ ਸਨ, ਗੁਰੂ ਦਰਸ ਜੇ ਦੇਖਣਾ ਸ਼੍ਰੀ ਗ੍ਰੰਥ ਦਰਸਾਏ, ਬਾਤ ਕਰਨ ਗੁਰ ਸੋ ਚਾਹੇ ਪੜ੍ਹੇ ਗ੍ਰੰਥ ਮਨ ਲਾਏ। ਔਰ ਮਹਾਰਾਜ ਨੇ ਕਿਹਾ ਸੀ ਜਿਹਨੇ ਸਾਡੇ ਨਾਲ ਗੱਲਾਂ ਕਰਨੀਆਂ ਉਹ ਖਾਲਸਾ ਬਣ ਕੇ ਆਪ ਬਾਣੀ ਪੜ੍ਹੇ, ਤੇ ਜਦੋਂ ਪਿਆਰ ਨਾਲ ਬਾਣੀ ਪੜਾਂਗੇ, ਗੁਰੂ ਘਰ ਵਿੱਚ ਆ ਕੇ ਸੇਵਾ ਕਰਾਂਗੇ, ਮੈਂ ਉਸ ਸਿੱਖ ਤੋਂ ਕਦੇ ਦੂਰ ਨਹੀਂ ਹੋਵਾਂਗਾ। ਇਸ ਕਰਕੇ ਇਹ ਤਾਂ ਹੀ ਬਚਨ ਮਹਾਰਾਜ ਨੇ ਕਹੇ ਸੀ ਕਿ ਹਉ ਖਾਲਸੇ ਕਾ ਖਾਲਸਾ ਮੇਰੋ, ਓਤ ਪੋਤ ਸਾਗਰ ਬੁੰਦੇਰੋ,
सतगुरु महाराज कृपा करन आपां भी यतन करिए महाराज जे खालसे का अर्थ है शुद्ध मिलावट तो रहत असीं भी वकारां तो बच के चंगे गुणां नूं ग्रहण करके सत संतोख दया धर्म धीरज इन्हां गुणां नूं अपनी जिंदगी विच वसाईए लोड़वंद दी मदद करिए किरत करिए नाम जपीए वंड के छकीए और सचमुच ही ये पता नहीं भी किहड़ी शक्ति गुरु गोबिंद सिंह महाराज ने 1699 की विसाखी नूं साडे विच भरी है कि सिख भावें थोड़ी गिणती च भी किते बैठे होण जदों भी दुनिया ते कोई कुदरती आफत आउंदी है सिख अपना धर्म निभाउण वास्ते उस धरती ते पहुँच जांदा है। आ करोना काल विच आपां वेखिया अमेरिका की धरती ते उत्थों दे राष्ट्रपति ट्रंप नूं बयान देना पिया कि जे मेरा कल्ले दा वस चले तो मैं अमेरिका की धरती ते सारे धार्मिक अस्थानां की थां ते गुरुद्वारे स्थापित कर दियां। किसी ने पूछा क्यों, कहंदा केवल ते केवल ये सिख कौम है जिहड़ी लोड़ पैण दे उत्ते गोलकां दे मूँह भी लोड़वंदां वास्ते खोल दिंदी है ते खोल के भी क्यों ना, क्योंकि गुरु गोबिंद सिंह ने जिहड़ा पंथ साजिया इस पंथ दे विच शुभ गुण भरे इनू ये सिक्ख्या दित्ती भी लोड़वंद दी मदद करनी धर्म दा प्रचार करना और वध तो वध आप बाणी पढ़ के अपने जीवन नूं महान बनाउणा। अज तुसी सारे रल मिल के ये महान दिहाड़ा विसाखी का पुरब मना रहे हो। सतगुरु गुरु गोबिंद सिंह महाराज कृपा करन जिवें आ सारे बच्चे बड़े प्यार नाल सज के बैठे ने आपां आपो अपने बच्चों नूं गुरबाणी नाल जोड़िए। जिन्हां घरां विच गुरबाणी दीआं पोथियां होणगीਆਂ बाणी दे गुटके होणगे उन्हां घरां दे विचों सचमुच ही साहिबजादियां दे वारस पैदा होणगे। वध तो वध गुरबाणी का सहज पाठ आप करिए बच्चों भी गुरबाणी की संथ्या देने का यतन करिए जां गुरु घर प्रबंध करिए जिवें इत्थे वीरां ने इन्हां सारे बच्चों को जोड़न का उपराला कीता है। इहदे लई तुसीं सारे वधाई दे पात्र हो क्योंकि गुरु गोबिंद सिंह महाराज ने जिहड़े बोल तलवंडी साबो की धरती ते कहे सी ना जदों खालसा पंथ नूं मतावां दी झोली पाया सी मतावां ने कहा सी साडे बच्चे कित्थे आ ते महाराज ने साडे बच्चों वाल निगाह मार के कहा सी इन पुत्रन के शीस पर वार दिए सुख चार चार मुए तो क्या भया जीवत कई हजार। वो जिहड़ा जीवत कई हजार शब्द है ना वो साडे बच्चों वाल वेख के महाराज ने इशारा किया सी ते अज जदों साडे बच्चे साबत सूरत रह के गुरबाणी नाल जुड़ के वकारां तो बच के अमृत छक के साथ संगत संसार विच विचरनगे। इन्हां चों फिर बाबा अजीत सिंह बाबा जुझार सिंह बाबा जोरावर सिंह ते बाबा फतेह सिंह की तस्वीर दिसेगी। गुरु महाराज कृपा करन सारी संगत नूं अपने दरों घरों गुरसिੱਖੀ जीवन चढ़दी कला नामदान बख्शिश करके निवाजन। जिथे सारी संगत का गुरुद्वारा साहब की प्रबंधक कमेटी का धन्यवाद उत्थे वीर गुरजीत सिंह जिन्हां ने आप जी के दर्शन दीदार कराए उन्हां दा भी धन्यवाद। दिल्ली सिख गुरुद्वारा प्रबंधक कमेटी के सत्कारयोग मैंबर सरदार बलबीर सिंह जी वो भी संगत में हाज़री भर रहे हैं। लंबे समय तो आप जी ने उन्होंने सेवा बख्शी है तो मैनू सारी कमेटी दस रही सी कि बड़ा उन्होंने इस इलाके में हर एक दे काम आने वाली शख्सियत है हर एक की मदद करने वाली शख्सियत है। तो गुरु गोबिंद सिंह ने वाकई अपने सिख नूं इदां दा बनाया कि लोड़ पैण ते किसी की मदद करनी किसी के काम आना गुरसिੱਖੀ के प्रचार लिए तत्पर रहना। इस करके ये संगत जिहड़ी है ये साडियां ड्यूटियां लाउंदी है। सो वो भी पहुंचे ने उन्हां दा भी बहुत बहुत धन्यवाद। अगला प्रोग्राम आप जी प्रबंधक वीरां पासों सरवण करो जी। इन्ने क शब्द प्रवान करियो विसाखी के संबंध में विचारां करदियां गुरबाणी की विचार करदियां अनेकों प्रकार दीयां होईयां भुल्लां दी खिमा करनी मान सन्मान लई धन्यवाद भुल चुक दी खिमा ते फतेह चढ़दी कला ना बुलाओ। आखो जी वाहेगुरु जी का खालसा वाहेगुरु जी की फतेह।